ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਾਹਿਗੁਰੂ ਜੀਓ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਵਾਹਿਗੁਰੂ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਸਾਰੇ ਮੰਗੋ ਜੀ ਕਰ ਕਿਰਪਾ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਕਰ ਕਿਰਪਾ ਪ੍ਰਭ ਸਾਧ ਕਰੇ ਕਰ ਤਪ ਲੋਏ ਲੋਏ ਹਾਥ ਮਰੋੜਾ, ਬਾਵਲ ਮੋਈ ਸੋ ਛਲੋੜਾ, ਤੈ ਸੋ ਮਨ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ,
जोवन खोए पाछे पचतनी, काली कोयल तू कित गुण काली, अपने प्रीतम के हूँ बिरह जली, तेरे बेहून कते सो पाए, या हुए कृपाल न प्रभु मिलाए, विदन खोई मोंद अकेली ना को साथी, ना को साथी ना को बेली, की मंगना कार फिर प्रभु साथ संग मेरी। वाह कर फिर प्रभु साथ संग मेरी। हाँ जी कर या फिर देखा ता मेरा अल्लाह बेली, ता मेरा अल्लाह कर कृपा प्रभु साध संग मेरी, कर कृपा वाट हमारी खरी उडीणी, खन्यो तिखी बात पैणी, उस ऊपर है मार्ग में शेखपुरी का पंथ समार सवेरा, उस ऊपर है मार्ग मेरा, शेखपुरी का पंथ समार सवेरा, कर कृपा प्रभु साथ हरे प्रभु साथ संग मेरी। या फिर देखा ता मेरा अल्लाह बेली, या फिर देखा ता मेरा अल्लाह बेली। कर कृपा प्रभु साध संग मेरी। हाँ जी कर कृपा प्रभु साथ संग मेरी। कर प्रभु साथ संग मेरी। हरे कर प्रभु साथ संग मेरी। सारी संगत ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਇੱਕ ਲੜੀਵਾਰ ਪ੍ਰਕਰਣ ਮਹਾਰਾਜ ਜੀ ਸੇਵਾ ਲੈ ਰਹੇ ਨੇ। ਬਾਬੇ ਨਾਨਕ ਦਾ ਵੀ ਸਕੂਲ ਹੈ, ਉਹਦੀਆਂ ਵੀ ਕਲਾਸਾਂ ਨੇ। ਥੋੜਾ ਬਹੁਤਾ ਚਾਨਣਾ ਹੋ ਜਾਵੇ
ਸੰਗਤ ਕਰਦਿਆਂ 10 ਸਾਲ ਹੋ ਗਏ ਨੇ, ਮੈਂ ਕਿਤੇ ਕੱਚੀ ਜੀ ਦੇ ਨਹੀਂ। ਥੋੜਾ ਬਹੁਤਾ ਅੱਗੇ ਨਿਕਲੇ। ਇਹ ਪ੍ਰਕਰਣ ਮਹਾਰਾਜ ਜੀ ਤਾਂ ਸੇਵਾ ਲੈ ਰਹੇ ਔਰ ਇੱਕ ਗੱਲ ਇੱਥੇ ਬੇਨਤੀ ਕਰਦੇ ਹਾਂ, ਬਾਬੇ ਨਾਨਕ ਦੇ ਸਕੂਲ ਦੀਆਂ ਕਲਾਸਾਂ ਜੇ ਕਲਗੀਆਂ ਵਾਲਾ ਚਾਵੇ ਤੇ ਆਪਣੀ ਨਜ਼ਰ ਦੇ ਨਾਲ ਸਾਰੀਆਂ ਹੀ ਪਾਸ ਕਰਾ ਦੇਵੇ, ਤੇ ਜੇ ਨਜ਼ਰ ਨਾ ਹੋਵੇ ਤੇ ਕਈ ਜਨਮ ਵੀ ਲੱਗ ਸਕਦੇ। ਆਖੋ ਸਤਨਾਮ। ਲਫ਼ਜ਼ ਭੁੱਲਣਾ ਨਾ, ਕਈ ਸਾਲ ਨਹੀਂ ਕਈ ਜਨਮ। ਇਹ ਕਲਾਸਾਂ ਮਿਲਦੀਆਂ ਕਿਵੇਂ ਨੇ ਤੇ ਕਿਹੜੀ ਜਗ੍ਹਾ ਤੋਂ? ਕਹਿੰਦੇ ਸੰਗਤ ਵਿੱਚ ਆ ਕੇ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਪਹਿਲੀਆਂ 9 ਕਲਾਸਾਂ ਬੋਲ ਕੇ ਲੰਘ ਰਹੇ ਆ, ਗੁਰੂ ਸਾਹਿਬ ਕਿਰਪਾ ਕਰਨ। ਫਿਰ ਅੱਜ 10ਵੀਂ ਦੀ ਵਾਰੀ ਹੈ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਦੇ ਲਈ ਜੀਵ ਉਦਮ ਕਰਦਾ ਹੈ। ਅਜੇ ਅਰਥ ਨਹੀਂ ਪਤਾ, ਰਸ ਨਹੀਂ ਪਤਾ, ਉਦਮ ਕੀਤਾ, ਗੁਟਕਾ ਸਾਹਿਬ ਫੜਿਆ। ਇਹ ਦਾਖਲਾ ਹੈ ਪਹਿਲੀ ਕਲਾਸ। ਗੁਰੂ ਨਾਨਕ ਦੇ ਸਕੂਲ ਦੀ ਦੂਜੀ ਕਲਾਸ ਮਨ ਪੁਣਿਆ ਜਾਂਦਾ ਹੈ, ਚੰਗੇ ਤੇ ਮੰਦੇ ਦੀ ਪਛਾਣ ਹੋ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਮਾੜੇ ਕੰਮਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ। ਇੰਦਰੀਆਂ ਤੇ ਕੰਟਰੋਲ ਸ਼ੁਰੂ ਹੋ। ਇਹ ਜਿੰਨੀਆਂ ਸੰਗਤਾਂ ਦੂਰ ਤੱਕ ਸੁਣ ਰਹੀਆਂ ਜੇ, ਹੱਥ ਜੋੜ ਕੇ ਬੇਨਤੀ ਹੈ, ਜਿੰਨਾ ਇਸ ਵੇਲੇ ਕਲਯੁਗ ਦਾ ਜ਼ੋਰ ਹੈ, ਇਹ ਰੋਜ਼ ਅਰਦਾਸ ਕਰਿਆ ਕਰੋ, ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਸੰਗਤ ਚੰਗੀ ਮਿਲਦੀ ਰਹੇ। ਇਹ ਮਿਲਦੀ ਰਹੇ। ਜੇ ਇਹ ਸੰਗਤ ਨਹੀਂ, ਮੈਂ ਗੁਰੂ ਦੀ ਹਜ਼ੂਰੀ ਕਹਿਣਾ, 18-18 19-19 ਸਾਲ ਦੀਆਂ ਬੱਚੀਆਂ ਮੋਬਾਈਲ ਹੱਥਾਂ 'ਚ ਹੁੰਦੇ ਨੇ ਤੇ ਇਹ ਵੀ ਨਹੀਂ ਪਤਾ ਮੋਬਾਈਲ ਵਿੱਚ ਕਿਹੜੀ ਇੰਦਰੀ ਤੇ ਕੰਟਰੋਲ ਰੱਖਣਾ ਤੇ ਕਿਹੜੀ ਤੇ ਨਹੀਂ ਰੱਖਣਾ। ਆਖੋ ਸਤਨਾਮ। ਆ ਸੰਗਤ ਕੀਤੀ ਹੋਵੇ, ਕੰਟਰੋਲ ਹੋਏ। ਬਹੁਤ ਲੋੜ ਜੇ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਦੇ ਸਕੂਲ ਦੀ ਪੰਜਵੀਂ ਕਲਾਸ ਕੁਝ ਪੁੰਨ ਦਾਨ ਵੱਲ ਰੁਚੀ ਵੱਧ ਜਾਂਦੀ ਹੈ। ਦਿਲ ਕਰਦਾ ਹੁਣ ਮੈਂ ਪੁੰਨ ਦਾਨ ਵੀ ਕਰਾਂ। ਗੁਰੂ ਨਾਨਕ ਦੇ ਸਕੂਲ ਦੀ 6ਵੀਂ ਕਲਾਸ ਸਾਧ ਸੰਗਤ ਗੁਰਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਗੱਜ ਕੇ ਆਖੋ ਸਤਨਾਮ। ਰਸ ਆਉਣਾ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇ ਸਕੂਲ ਦੀ 7ਵੀਂ ਕਲਾਸ ਗੁਰਬਾਣੀ ਦੀ ਡੂੰਘਾਈ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਗੁਰੂ ਨਾਨਕ ਦੇ ਸਕੂਲ ਦੀ 8ਵੀਂ ਕਲਾਸ ਖਾਣ ਵਿੱਚ ਤੇ ਹੋਰ ਕਿਰਿਆ ਵਿੱਚ ਸਾਦਗੀ ਆਣੀ ਸ਼ੁਰੂ ਹੋ ਜਾਂਦੀ।
ਗੁਰੂ ਨਾਨਕ ਦੇ ਸਕੂਲ ਦੀ 9ਵੀਂ ਕਲਾਸ ਪਹਿਰਾਵੇ ਵਿੱਚ ਵੀ ਸਾਦਗੀ ਆ ਜਾਂਦੀ। ਕਹਿ ਦਿਓ ਗੱਜ ਕੇ ਸਤਨਾਮ। ਇਹਦੇ ਚ ਵੀ ਸਾਦਗੀ ਆ ਗਈ। ਤੇ ਅੱਜ ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਮਹਾਰਾਜ ਸੇਵਾ ਲੈਣ। ਇੱਕ ਵਾਰੀ ਪੜ੍ਹੋ ਪੰਕਤੀ ਪਿਆਰ ਦੇ ਨਾਲ, ਸਾਰੇ ਕਿਰਪਾ ਕਰਿਓ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਦੇ, ਕਰ ਕਿਰਪਾ ਪ੍ਰਭ ਸਾਧ ਸੰਗ ਦੇ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੈਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ, ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ। ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ। ਸਾਰੇ ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ। ਹਾਂਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਹਾਂ ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। ਗੱਜ ਕੇ ਆਖੋ ਸਤਨਾਮ, ਫਿਰ ਆਖੋ ਸਤਨਾਮ। ਬਹੁਤ ਧਿਆਨ ਦੇਣਾ। ਗੁਰੂ ਨਾਨਕ ਦੇ ਸਕੂਲ ਦੀ 9ਵੀਂ ਕਲਾਸ ਪਹਿਰਾਵੇ ਵਿੱਚ ਵੀ ਸਾਦਗੀ ਆ ਗਈ। ਪਿਛਲੀ ਵਾਰੀ ਭਗਤ ਫਰੀਦ ਜੀ ਦਾ ਪਹਿਰਾਵਾ ਸਮਾਂ ਘੱਟ ਸੀ ਤੇ ਹੈ ਬੜੀ ਹੈਰਾਨਗੀ ਗੱਲ ਹੈ। ਭਗਤ ਫਰੀਦ ਜੀ ਕੈਸਾ ਪਹਿਰਾਵਾ ਰੱਖਦੇ ਸੀ, ਗੋਦੜੀ ਪਹਿਨਦੇ ਸੀ। ਗੋਦੜੀ 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 ਹੁੰਦੀ ਹੈ
ਛੋਟੇ ਛੋਟੇ ਕੱਪੜਿਆਂ ਦੇ ਪੀਸ ਵਧੇ ਹੋਣ ਤੇ ਉਹਨਾਂ ਨੂੰ ਸਾਧ ਸੰਗਤ ਜੋੜ ਕੇ ਬਣਾਈ ਹੋਵੇ। ਹੁਣ 10 12 15 20 ਕੱਪੜੇ ਐ, ਉਹਨੂੰ ਉਹਦੇ ਨਾਲ ਜੋੜਿਆ, ਉਹਨੂੰ ਉਹਦੇ ਨਾਲ ਜੋੜਿਆ, ਉਹਨੂੰ ਉਹਦੇ ਨਾਲ, ਉਹਨੂੰ ਗੋਦੜੀ ਕਹਿੰਦੇ। ਤੇ ਮੈਂ ਹੈਰਾਨ ਰਹਿ ਗਿਆ ਵੀ ਉਹਨਾਂ ਦੀ ਮੈਂ ਗੱਲ ਦੱਸ ਰਿਹਾ ਆਪ ਜੀ ਨੂੰ। ਭਗਤ ਫਰੀਦ ਜੀ ਸੌਣ ਵੇਲੇ ਸਿਰ ਥੱਲੇ ਸਰਾਣਾ ਨਹੀਂ ਸੀ ਲੈਂਦੇ, ਜਿਹੜਾ ਹੱਥ 'ਚ ਡੰਡਾ ਹੁੰਦਾ ਸੀ ਨਾ ਉਹਨੂੰ ਸਰਾਣਾ ਬਣਾ ਲੈਂਦੇ ਸੀ। ਆਖੋ ਸਤਨਾਮ। ਉਹਨੂੰ ਸਰਾਣਾ ਬਣਾ ਲੈਣਾ ਤੇ ਗੋਦੜੀ ਪਹਿਨਣੀ, ਗੋਦੜੀ ਮਿਕਸ ਕੱਪੜੇ ਗਾਂਢੇ ਲਾ ਕੇ। ਇੱਕ ਵਾਰੀ ਕਿਸੇ ਨੇ ਬੜਾ ਰੇਸ਼ਮੀ ਚੋਲਾ ਫਰੀਦ ਜੀ ਨੂੰ ਭੇਟਾ ਕਰਤਾ। ਫਰੀਦ ਜੀ ਨੇ ਉਹਦਾ ਮਨ ਰੱਖਣ ਲਈ 1 ਘੰਟਾ ਪਾਇਆ। ਪਾਣ ਤੋਂ ਬਾਅਦ ਸੇਵਾਦਾਰ ਨੂੰ ਦੇਤਾ ਤੇ ਕਹਿਣ ਲੱਗੇ, ਜਿਹੜਾ ਆਨੰਦ ਸਾਨੂੰ ਗੋਦੜੀ ਵਿੱਚ ਉਹ ਆਨੰਦ ਰੇਸ਼ਮੀ ਕੱਪੜੇ 'ਚ ਨਹੀਂ। ਆਖੋ ਸਤਨਾਮ। ਕਹਿੰਦੇ ਗੋਦੜੀ ਨਾਲ ਹਉਮੈ ਨਹੀਂ ਆਉਂਦੀ। ਇਹ ਗੋਦੜੀ ਹੁੰਦੀ ਜੀ। ਹੁਣ ਮੈਂ ਪੁੱਛੋ ਮੰਡੀ ਗਿਆ ਤੇ ਮੈਨੂੰ ਬਾਬਾ ਸੁਖਦੇਵ ਸਿੰਘ ਜੀ ਨੇ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਗੋਦੜੀ ਵਿਖਾਈ। ਆਖੋ ਸਤਨਾਮ। ਉਹਨਾਂ ਦੀ ਗੋਦੜੀ ਉਦੋਂ ਦੀ ਟਰੰਕ 'ਚ ਪਈ ਸੀ। ਹੁਣ ਜਦੋਂ ਬਾਬਾ ਸੁਖਦੇਵ ਜੀ ਸਿੰਘ ਜੀ ਕੋ ਸੇਵਾ ਆਈ ਤੇ ਮੈਨੂੰ ਉਸ ਗੋਦੜੀ ਦੇ ਉਹਨਾਂ ਨੇ, ਜਿਹੜੀ ਵੱਡੇ ਬਾਬਾ ਮਹਾ ਹਰਨਾਮ ਸਿੰਘ ਜੀ, ਕੋਈ ਕੱਪੜਾ ਕਿੱਥੋਂ ਟੁੱਟਾ ਹੈ, ਕੋਈ ਕਿੱਦਾਂ ਟੁੱਟਾ ਹੈ, ਕੋਈ ਨੀਲਾ, ਕੋਈ ਹਰਾ, ਕੋਈ ਲਾਲ, ਕੋਈ ਪੀਲਾ ਹੈ, ਤੇ ਗੋਦੜੀ ਇਹੋ ਜਿਹੀ ਹੁੰਦੀ ਹੈ ਵੀ ਚੋਲਾ ਵੀ ਬਣ ਜਾਂਦਾ ਤੇ ਜੇ ਰਾਤੀ ਸੌਣਾ ਹੈ ਤੇ ਉਹਦੇ ਵਿੱਚ ਸਰੀਰ ਵਾੜ ਦਿਓ ਤੇ ਰਜਾਈ ਦਾ ਵੀ ਕੰਮ ਦੇ ਜਾਂਦੀ, ਥੱਲੋਂ ਤੁਲਾਈ ਦਾ ਵੀ, ਸਾਰੇ ਕੰਮ ਕਰ ਜਾਂਦੀ ਇੱਕੋ ਗੋਦੜੀ। ਜਿਨ ਪਟ ਅੰਦਰ ਬਾਹਰ ਬੋਲੋ ਬਾਹਰ ਗੋਦੜ। ਆਖੋ ਸਤਨਾਮ। ਬਾਣੀ 'ਚ ਨਾ ਆਇਆ ਤੇ ਭਲੇ ਸੰਸਾਰ ਤੈਨੂੰ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਇਹ ਪਿਛਲੀ ਵਾਰੀ ਰਹਿ ਗਿਆ ਸੀ, ਫਿਰ ਸੰਗਤ ਕਹਿਣ ਲੱਗੀ ਮਾੜਾ 2 ਮਿੰਟ ਬੋਲਿਓ ਜ਼ਰੂਰ। ਫਰੀਦ ਜੀ ਕਹਿੰਦੇ ਵੀ ਜਿਹੜੀ ਸ਼ਾਂਤੀ ਸਾਨੂੰ ਗੋਦੜੀ 'ਚ ਹੈ, ਭਾਵੇਂ ਤੂੰ ਸਾਨੂੰ ਰੇਸ਼ਮੀ ਚੋਲਾ ਦਿੱਤਾ ਹੈ, ਪਰ ਜਦੋਂ ਅਸੀਂ ਰੇਸ਼ਮੀ ਚੋਲਾ ਪਾਇਆ ਤੇ ਜਿਸ ਕਮਾਈ ਨਾਲ ਤੂੰ ਲਿਆਇਆ ਉਹ ਸੀਨ ਅੱਗੇ ਆਉਂਦੇ, ਤੇ ਗੋਦੜੀ 'ਚ ਫਿਰ ਕੋਈ ਸੀਨ ਨਹੀਂ ਆਉਂਦਾ ਵੀ ਇਹ ਸਾਰਿਆਂ ਦੇ ਮਿਕਸ ਕੰਮ ਹੈ। ਆਖੋ ਸਤਨਾਮ। ਸਭ ਦੀ ਹਾਜ਼ਰੀ ਲੱਗੀ ਹੈ। ਤੋ ਬਾਬੇ ਨਾਨਕ ਦੇ ਸਕੂਲ ਦੀ ਅੱਜ 10ਵੀਂ ਕਲਾਸ। ਕਰਿਓ ਕਿਰਪਾ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਕਰ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਕਰ ਕਿਰਪਾ ਬੇਲੀ ਕਰ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੇ ਸਕੂਲ ਦੀ 10ਵੀਂ ਕਲਾਸ
ਹੋ ਹੋ ਹੋ। ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਬਹੁਤ ਧਿਆਨ ਦੇਣਾ। ਮਾੜਾ ਮੋਟਾ ਕਿਤੇ ਮਹੀਨੇ 'ਚ 2-4 ਘੰਟੇ ਹੀ ਇਹਦੇ ਤੇ ਪੈਰ ਆਂਦਾ ਕਿ ਨਹੀਂ, ਮਾੜਾ ਮੋਟਾ ਕਦਮ ਇਹਦੇ 'ਚ ਆਉਂਦੇ ਆ ਕਿ ਨਹੀਂ, ਹਮੇਸ਼ਾ ਤੇ ਬਾਤਾ ਹੀ ਔਖਾ ਹੈ। ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ 10ਵੀਂ ਕਲਾਸ ਸੁਣਿਓ ਜੀ ਧਿਆਨ ਨਾਲ। ਇਹ ਸਤਿਗੁਰਾਂ ਦੇ ਸਕੂਲ ਦੀ 10ਵੀਂ ਕਲਾਸ ਕਹਿੰਦੇ ਜਗਤ, ਸੁਣਿਓ ਆ ਜਗਤ 10ਵੀਂ ਕਲਾਸ ਕਹਿੰਦੇ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਆਖੋ ਸਤਿਨਾਮ। ਨਜ਼ਰ ਆਉਣਾ, ਬਹੁਤ ਧਿਆਨ ਦਿਓ। ਇਹ ਅਵਸਥਾ ਮੈਂ ਕਿਵੇਂ ਦੱਸਾਂ ਕਿ ਕਲਾਸਾਂ ਟੱਪਦਿਆਂ ਟੱਪਦਿਆਂ ਇੱਥੇ ਪਹੁੰਚ ਗਿਆ ਕਿ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਨਜ਼ਰ ਆਉਣਾ, ਦੁਕਾਨ ਖੋਲਦਾ, ਗਾਹਕ ਬਣ ਜਾਂਦਾ, ਪਰ ਇੱਕ ਚੀਜ਼ ਨਜ਼ਰ ਆਉਣੀ ਸ਼ੁਰੂ ਹੋ ਗਈ ਏ ਕਿ ਕੋਈ ਪਤਾ ਨਹੀਂ ਇਹ ਦੁਕਾਨ ਛੱਡ ਕੇ ਮੈਨੂੰ ਕਿਹੜੇ ਵੇਲੇ ਇੱਥੋਂ ਜਾਣਾ ਪੈ ਜਾਵੇ। ਆਖੋ ਸਤਿਨਾਮ। ਕਰ ਕਿਰਪਾ ਪ੍ਰਭ ਸਾਧ ਸੰਗ ਕਰ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਕਰ ਕਿਰਪਾ ਬੇਲੀ ਕਰ। ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ। ਗੁਰੂ ਨਾਨਕ ਦੇ ਸਕੂਲ ਦੀ 10ਵੀਂ ਕਲਾਸ। ਹੋ ਹੋ ਹੋ। ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਬਹੁਤ ਧਿਆਨ ਦੇਣਾ। ਮਾੜਾ ਮੋਟਾ ਕਿਤੇ ਮਹੀਨੇ 'ਚ 2-4 ਘੰਟੇ ਹੀ ਇਹਦੇ ਤੇ ਪੈਰ ਆਂਦਾ ਕਿ ਨਹੀਂ, ਮਾੜਾ ਮੋਟਾ ਕਦਮ ਇਹਦੇ 'ਚ ਆਉਂਦੇ ਆ ਕਿ ਨਹੀਂ, ਹਮੇਸ਼ਾ ਤੇ ਬਾਤਾ ਹੀ ਔਖਾ ਹੈ। ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ 10ਵੀਂ ਕਲਾਸ ਸੁਣਿਓ ਜੀ ਧਿਆਨ ਨਾਲ। ਇਹ ਸਤਿਗੁਰਾਂ ਦੇ ਸਕੂਲ ਦੀ 10ਵੀਂ ਕਲਾਸ ਕਹਿੰਦੇ ਜਗਤ, ਸੁਣਿਓ ਆ ਜਗਤ 10ਵੀਂ ਕਲਾਸ ਕਹਿੰਦੇ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਆਖੋ ਸਤਿਨਾਮ। ਨਜ਼ਰ ਆਉਣਾ, ਬਹੁਤ ਧਿਆਨ ਦਿਓ। ਇਹ ਅਵਸਥਾ ਮੈਂ ਕਿਵੇਂ ਦੱਸਾਂ ਕਿ ਕਲਾਸਾਂ ਟੱਪਦਿਆਂ ਟੱਪਦਿਆਂ ਇੱਥੇ ਪਹੁੰਚ ਗਿਆ ਕਿ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਨਜ਼ਰ ਆਉਣਾ, ਦੁਕਾਨ ਖੋਲਦਾ, ਗਾਹਕ ਬਣ ਜਾਂਦਾ, ਪਰ ਇੱਕ ਚੀਜ਼ ਨਜ਼ਰ ਆਉਣੀ ਸ਼ੁਰੂ ਹੋ ਗਈ ਏ ਕਿ ਕੋਈ ਪਤਾ ਨਹੀਂ ਇਹ ਦੁਕਾਨ ਛੱਡ ਕੇ ਮੈਨੂੰ ਕਿਹੜੇ ਵੇਲੇ ਇੱਥੋਂ ਜਾਣਾ ਪੈ ਜਾਵੇ। ਆਖੋ ਸਤਿਨਾਮ।
ਉਸ ਕਰਕੇ ਪਕੜ ਖਤਮ ਹੋ ਗਈ। ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਇਹ ਮੈਂ ਇੱਕ ਬੇਨਤੀ ਕਰਦਿਆਂ, ਜਿਸ ਦਿਨ ਤੁਹਾਨੂੰ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਵੈਰਾਗ ਦੀ ਪ੍ਰਾਪਤੀ ਹੋਈ। ਵੈਰਾਗ ਇਹ 10ਵੀਂ ਕਲਾਸ ਹੈ, ਵਿਚਰਦਾ ਹੈ ਲੋਕਾਂ ਵਾਂਗ, ਪਰ ਇੱਕ ਮਹਾਰਾਜ ਨੇ ਬਸ 10ਵੀਂ ਕਲਾਸ 'ਚ ਚੜ੍ਹਾਤਾ ਕਿ ਜਗਤ ਹੁਣ ਬਿਨਸਨਹਾਰ ਨਜ਼ਰ ਆਉਂਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਇਹ 10ਵੀਂ ਕਲਾਸ ਬਾਰੇ ਉਹਨਾਂ ਦੇ ਬਚਨ ਨੇ। ਇੱਕ ਕਿਤਾਬ ਬਾਜ਼ਾਰੋਂ ਲਿਆ ਕੇ ਪੜ੍ਹਨੀ ਹੋਵੇ ਪੜ੍ਹ ਲਿਓ। ਕਿਤਾਬ ਦਾ ਨਾਂ ਹੈ ਤੀਜਾ ਨੇਤਰ। ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਿਤਾਬ ਹੈ ਤੀਜਾ ਨੇਤਰ। ਉਹਦੇ 'ਚ ਇਹ ਜਿਹੜੀ 10ਵੀਂ ਕਲਾਸ ਦੇ ਇਸ਼ਾਰੇ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਇਹਦੇ ਕੁਝ ਨਾਲ ਮਿਲਦੇ ਜੁਲਦੇ ਬਚਨ ਨੇ। ਦੋ ਕੁ ਮੈਂ ਆਪ ਜੀ ਦੇ ਚਰਨਾਂ 'ਚ। ਤੀਜਾ ਨੇਤਰ ਨਾਂ ਹੈ ਕਿਤਾਬ ਦਾ। ਉਹਦੇ 'ਚ ਇਹ 10ਵੀਂ ਕਲਾਸ ਬਾਰੇ ਇੱਕ ਬਚਨ ਹੈ, ਬਹੁਤ ਧਿਆਨ ਨਾਲ ਸੁਣਿਓ। ਉਹ ਲਿਖਦੇ ਆ, ਕਹਿੰਦੇ ਬਿਨਸਨਹਾਰ ਜਗਤ ਦੀ ਅਸਲੀਅਤ। ਇਹ ਬਿਨਸਨਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ, ਸੁਣਿਓ, ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਵਚਨ, ਬਿਨਸਨਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ ਤੇ ਸਾਰੀਆਂ ਹੀ ਆਸਾਂ ਮੁੱਕ ਜਾਂਦੀਆਂ, ਆਸ ਰਹਿੰਦੀ ਨਹੀਂ। ਆਖੋ ਸਤਿਨਾਮ। ਹਾਂ ਹਾਂ, ਬਿਨਸਨਹਾਰ ਜਗਤ ਦੀ ਜਦੋਂ ਅਸਲੀਅਤ ਬੰਦੇ ਦੇ ਸਮਝ ਪੈਂਦੀ ਹੈ ਨਾ, ਸਾਰੀਆਂ ਆਸਾਂ ਮੁੱਕ ਜਾਂਦੀਆਂ। ਧਿਆਨ ਦੇਣਾ। ਉਹਨਾਂ ਨੇ ਅੱਗੋਂ ਦੋ ਕੁ ਲਾਈਨਾਂ ਲਿਖੀਆਂ ਵੇਰਵੇ ਆਸੇ, ਬੋਲ ਦਈਏ। ਬਿਨਸਨਹਾਰ ਜਗਤ ਦੀ ਅਸਲੀਅਤ ਜਦੋਂ ਦਿਸ ਪਵੇ ਤੇ ਆਸਾਂ ਮੁੱਕ ਜਾਂਦੀਆਂ। ਤੇ ਉਹਨਾਂ ਨੇ ਅੱਗੋਂ ਲਿਖਿਆ, ਕਹਿੰਦੇ ਇਹੋ ਜਿਹੇ ਬੰਦੇ ਨੂੰ ਭੁੱਖ ਲੱਗੇ, ਇਹੋ ਜਿਹੇ ਬੰਦੇ ਨੂੰ ਭੁੱਖ ਲੱਗੇ ਤੇ ਭੋਜਨ ਖਾਂਦਾ, ਭੋਜਨ ਖਾਏਗਾ, ਭੁੱਖ ਲੱਗੇ, ਪਰ ਲਾਲਸਾ ਮੁੱਕ ਗਈ ਹੈ। ਆਖੋ ਸਤਿਨਾਮ। ਹਾਂ, ਬਹੁਤ ਧਿਆਨ ਦੇ। ਲਾਲਸਾ ਮੁੱਕ ਗਈ ਹੈ। ਲੂਣ ਨਾਲ ਆ ਗਈ ਹੈ ਤਾਂ ਵੀ ਆਨੰਦ 'ਚ, ਸਬਜ਼ੀਆਂ ਘਰ ਵਾਲੀ ਨੇ 2 ਰੱਖਤੀਆਂ ਤਾਂ ਵੀ ਆਨੰਦ 'ਚ, 3 ਰੱਖਤੀਆਂ ਤਾਂ ਵੀ ਆਨੰਦ 'ਚ, ਸਾਦੀ ਖਾ ਰਿਹਾ ਤਾਂ ਵੀ ਆਨੰਦ 'ਚ। ਇਹ ਜਿਹਨੂੰ ਬਿਨਸਨਹਾਰ ਜਗਤ ਦੀ ਅਸਲੀਅਤ ਦਿਸ ਪਵੇ, ਆਸਾਂ ਮੁੱਕ ਗਈ। ਰੋਟੀ ਖਾ ਰਿਹਾ, ਲਾਲਸਾ ਮੁੱਕ ਗਈ। ਤੇ ਗਿਆਨੀ ਜੀ ਨੇ ਅੱਗੇ ਇੱਕ ਭਜਨ ਲਿਖਿਆ, ਉਪਜੀਵਕਾ ਲਈ, ਉਪਜੀਵਕਾ ਕਹਿੰਦੇ ਵੀ ਘਰ ਚਲਾਉਣ ਲਈ, ਉਪਜੀਵਕਾ ਲਈ ਧੰਦਾ ਕਰਦਾ, ਦੁਕਾਨ ਤੇ ਜਾਂਦਾ, ਉਹ ਬੰਦਾ ਹੈ ਜਿਹਨੂੰ ਜਗਤ ਬਿਨਸਨਹਾਰ ਦੀ ਅਸਲੀਅਤ ਪਤਾ ਲੱਗ ਜੇ। ਆਸਾਂ ਮੁੱਕਣੀਆਂ ਕਿਹਨੂੰ ਕਹਿੰਦੇ? ਉਪਜੀਵਕਾ ਲਈ ਧੰਦਾ ਕਰਦਾ, ਪਰ ਧੰਦੇ ਵਿੱਚੋਂ ਲਾਲਚ ਮੁੱਕ ਜਾਂਦਾ। ਆਖੋ ਸਤਿਨਾਮ। ਲਾਲਚ ਮੁੱਕ ਗਿਆ। ਜਿਵੇਂ ਆਪ ਜੀ ਦੇ ਚਰਨਾਂ 'ਚ ਇੱਕ ਵਾਰੀ ਬਚਨ ਰੱਖਿਆ ਸੀ ਵੀ ਲੁਧਿਆਣੇ ਦਾ ਇੱਕ ਪਰਿਵਾਰ, ਉਹਨੇ ਇੱਕ ਮੌਲ ਬਣਾਇਆ ਸੀ। ਮੌਲ ਜੇ ਉਹਦਾ ਕਿਰਾਇਆ ਲਵੇ, ਇਹ ਉਦੋਂ ਦੀ ਗੱਲ ਹੈ, ਹੁਣ ਤੇ ਵੱਧ ਗਏ ਹੋਣੇ। ਕਿਰਾਇਆ ਲਵੇ ਤੇ 3-4 ਲੱਖ ਘਰ ਬੈਠਿਆਂ ਕਿਰਾਇਆ ਆਉਂਦਾ। ਆਪ ਚਲਾਵੇ 5-6 ਲੱਖ ਆਮਦਨ ਹੈ। ਵੀ ਸਾਰੀਆਂ ਕੰਪਨੀਆਂ ਆਪ ਅਟੈਂਡ ਕਰੇ, ਸਭ ਬੰਦੇ ਆਪ ਰੱਖੇ, ਮੌਲ ਦੇ ਅਲੱਗ-ਅਲੱਗ
ਦੁਕਾਨਾਂ 'ਚ ਆਪਣੇ ਵਰਕਰ ਰੱਖੇ। ਤੇ ਦਾਸ ਨੂੰ ਉਹਨੇ ਪੁੱਛਿਆ ਸੀ, ਕਹਿੰਦਾ ਕਿਰਾਏ ਤੇ ਦੇਵਾਂ ਕਿ ਸਾਰਾ ਆਪ? ਮੈਂ ਕਿਹਾ ਫਰਕ ਕੀ ਹੈ? ਕਹਿੰਦੇ ਕਿਰਾਏ ਤੇ ਦਿਆਂ ਤੇ 4 ਲੱਖ ਘਰ ਬੈਠਿਆਂ ਮਿਲਦਾ। ਕੋਈ ਨਹੀਂ, ਬਾ ਕਿਰਾਏ ਮਹੀਨੇ ਬਾਅਦ ਜਾਣਾ ਨੇ। ਮਾਲ ਬਣਾਇਆ, ਉਹਦੇ 'ਚ 25-30 ਦੁਕਾਨਾਂ ਨੇ, ਕੋਈ ਹਾਲ ਨੇ। ਤੇ ਜੇ ਮੈਂ ਆਪ ਕਰਦਾ ਤੇ 6-7-8 ਲੱਖ ਵੀ ਕਮਾ ਸਕਦਾ। ਤੇ ਜਦੋਂ ਦਾਸ ਨੇ ਉਹਦੀ ਅਵਸਥਾ ਚੈੱਕ ਕਰਨੀ ਚਾਹੀ, ਇਹ ਕਿੱਥੇ ਖੜਾ ਹੈ? ਮੈਂ ਕਿਹਾ ਤੁਹਾਡਾ ਕੀ ਵਿਚਾਰ ਹੈ? ਕਹਿਣ ਲੱਗਾ ਆਪ ਹੀ ਕਰੀਏ। ਆਖੋ ਸਤਿਨਾਮ। ਹੁਣ ਇਹ ਕੀ ਸੀ ਜੀ ਆਪ ਕਰੇ? ਹੁਣ 150-200 ਬੰਦਾ ਰੱਖਣਾ, ਉਹ ਮਾਲ ਮੰਗਾਣੇ, ਅਕਾਊਂਟ ਰੱਖਣੇ, ਹਿਸਾਬ ਗੌਰਮੈਂਟ ਨੂੰ ਦੇਣੇ, ਸਭ ਕੁਝ ਫਿਰ ਅੱਗੋਂ ਵਰਕਰ ਰੱਖਣੇ। ਕਦੋਂ ਨਿਤਨੇਮ ਕਰੇਗਾ? ਕਦੋਂ ਸਿਮਰਨ ਕਰੇਗਾ? ਇਹ 10ਵੀਂ ਕਲਾਸ ਹੈ। ਉਪਜੀਵਕਾ ਲਈ ਮਾਲ ਬਣਾ ਰਿਹਾ ਹੈ, ਉਪਜੀਵਕਾ ਲਈ ਦੁਕਾਨਾਂ ਬਣਾ ਰਿਹਾ, ਉਪਜੀਵਕਾ ਲਈ ਧੰਦਾ ਕਰ ਰਿਹਾ ਹੈ। ਇਹ ਨਹੀਂ ਵੀ ਉਪਜੀਵਕਾ ਲਈ ਉਹਨੇ ਸਭ ਕੁਝ ਛੱਡ ਕੇ ਬਹਿ ਗਿਆ। ਗਿਆਨੀ ਜੀ ਨੇ ਲਿਖਿਆ, ਕਹਿੰਦੇ ਉਪਜੀਵਕਾ ਲਈ ਧੰਦਾ ਕਰ ਰਿਹਾ ਪਰ ਵਿੱਚੋਂ ਲਾਲਚ ਮੁੱਕ ਗਿਆ। ਗੱਜ ਕੇ ਆਖੋ ਸਤਿਨਾਮ। ਲਾਲਚ ਮੁੱਕ ਗਿਆ। ਇਹ 10ਵੀਂ ਕਲਾਸ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਉਸੇ ਕਿਤਾਬ ਵਿੱਚੋਂ ਧਿਆਨ ਦੇਣਾ। ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਦੂਜਾ ਬਚਨ ਤੀਜਾ ਨੇਤਰ ਕਿਤਾਬ ਚੋਂ ਅੱਜ ਦੀ 10ਵੀਂ ਕਲਾਸ ਬਾਰੇ ਉਹ ਲਿਖਦੇ, ਕਹਿੰਦੇ ਜਗਤ ਵਿੱਚ ਐਸਾ ਕੁਝ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜਾਵੇ। ਸੁਣਿਓ, ਜਗਤ ਵਿੱਚ ਐਸਾ ਕੁਝ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜਾਵੇ। ਜਿੱਦਨ ਇਹ ਗਿਆਨ ਹੋ ਜੇ, ਕਹਿੰਦੇ ਉਸ ਦਿਨ ਸੱਚੀ ਉਦਾਸੀ ਦਾ ਜਨਮ ਹੁੰਦਾ ਹੈ। ਆਖੋ ਸਤਿਨਾਮ। ਜਿਹਦੇ ਨਾਲ ਇਹ ਗਿਆਨ ਹੋ ਜੇ ਕਿ ਜਗਤ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹਦੇ ਨਾਲ ਮੇਰੀ ਤ੍ਰਿਪਤੀ ਹੋ ਜੇ, ਜਿੱਦਨ ਇਹ ਗਿਆਨ ਹੋ ਜੇ ਸੱਚੀ ਉਦਾਸੀ ਦਾ ਜਨਮ ਹੁੰਦਾ ਹੈ। ਗੱਜ ਕੇ ਆਖੋ ਸਤਿਨਾਮ। ਤੇ ਅੱਜ ਦੀ 10ਵੀਂ ਸਕੂਲ ਦੀ ਕਲਾਸ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਧਿਆਨ ਦੇਣਾ। 9ਵੇਂ ਪਾਤਸ਼ਾਹ ਜੀ, ਮੈਨੂੰ ਬਹੁਤ ਵਧੀਆ ਲੱਗਾ ਬਚਨ। ਪਿਤਾ ਜੀ ਮਾਲਕ ਸਾਡੇ ਦਾ, ਤੁਸੀਂ ਵੀ ਉਹਨੂੰ ਹਿਰਦੇ 'ਚ ਵਸਾਇਓ। ਬੜਾ ਹੀ ਆਨੰਦ ਹੈ। ਇਸੇ ਗ੍ਰਸਤੀ 'ਚ ਰਹੋਗੇ, ਇਸੇ ਪਰਿਵਾਰ 'ਚ ਰਹੋਗੇ, ਨਜ਼ਰ ਆਣਾ ਸ਼ੁਰੂ ਹੋ ਜਾਏਗਾ। ਵਾਰੀ ਦਾ ਨਹੀਂ ਪਤਾ। ਗੁਰੂ ਤੇਗ ਬਹਾਦਰ ਜੀ ਦਾ ਇਸੇ ਕਲਾਸ ਦੇ ਪ੍ਰਥਾਇਕ ਬਚਨ ਹੈ। ਉਹ ਬਚਨ ਹੈ ਜੀ, ਜਗਤ ਇੱਕ ਸੁਪਨਾ ਹੈ। ਧਿਆਨ ਦੇ, ਜਗਤ ਇੱਕ ਸੁਪਨਾ ਹੈ, ਫਰਕ ਇੰਨਾ ਸੁਣਿਓ ਧਿਆਨ ਨਾਲ। ਜਗਤ ਇੱਕ ਸੁਪਨਾ ਹੈ, ਫਰਕ ਕਿਤਨਾ? ਇੱਕ ਸੁਪਨਾ ਬੰਦ ਅੱਖ ਨਾਲ ਵੇਖਦੇ ਆ ਤੇ ਇੱਕ ਸੁਪਨਾ ਇਹ ਖੁੱਲੀ ਅੱਖ ਨਾਲ ਵੇਖ ਰਹੇ ਆ। ਗੱਜ ਕੇ ਆਖੋ ਸਤਿਨਾਮ। ਕਹਿੰਦੇ ਹੈ ਵੀ ਸੁਪਨਾ ਹੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗਤ ਇੱਕ ਸੁਪਨਾ ਹੈ ਤੇ ਇੱਕ ਸੁਪਨਾ ਰਾਤੀ ਵੇਖਦੇ ਆ, ਉਦੋਂ ਅੱਖਾਂ ਬੰਦ ਹੁੰਦੀਆਂ ਤੇ ਜਦੋਂ ਨੀਂਦਰ ਖੁੱਲਦੀ ਹੈ ਕਹਿੰਦੇ ਉਹ ਇਹ ਤਾਂ ਸੁਪਨਾ ਸੀ। ਜੇ ਸੁਪਨਾ ਭੈੜਾ ਹੋਵੇ ਤਾਂ ਵੀ ਬੰਦਾ ਕਹਿੰਦਾ ਚੱਲ ਸ਼ੁਕਰ ਹੈ ਕੋਈ ਨਹੀਂ ਸੁਪਨਾ ਹੀ। ਚੰਗਾ ਹੋਵੇ ਤੇ ਤਾਂ ਵੀ ਕਹਿੰਦਾ ਉਹ ਇਹ ਤਾਂ ਸੁਪਨਾ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਸੁਪਨਾ ਬੰਦ ਅੱਖ ਨਾਲ ਵੇਖਦੇ ਆ, ਹੈ ਇਹ ਵੀ ਸੁਪਨਾ ਹੈ ਪਰ ਇਹ ਖੁੱਲੀ ਅੱਖ ਨਾਲ ਵੇਖਣਾ ਸ਼ੁਰੂ ਹੋ ਜਾਵੇ। ਆਖੋ ਸਤਿਨਾਮ। ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ। ਆ ਇੱਕ ਪੰਕਤੀ ਵੀ ਬੋਲ ਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਬੜੀ ਪਿਆਰੀ ਹੈ। ਜਿਉਂ ਸੁਪਨਾ ਯਾਰ ਦੇਖਣਾ ਐਸੇ ਜਗ ਕੋ ਜਾਣ, ਜਿਉਂ ਸੁਪਨਾ ਯਾਰ ਦੇਖਣਾ ਐਸੇ ਜਗ ਕੋ ਜਾਣ। ਬੋਲੋ ਭੈਣੋ, ਜਿਉਂ
ਸੁਪਨਾ ਅਰ ਜਿਉ ਸੁਪਨਾ ਅਰ ਵੇਖਣਾ ਜਿਉ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਨ ਜਿਉ ਸੁਪਨਾ ਵੇਖਣਾ ਐਸੇ ਜਗ ਕੋ ਜਾਨ ਐਸੇ ਜਗ ਕੋ ਜਾਨ ਐਸੇ ਜਗ ਕੋ ਜਾਨ ਐਸੇ ਜਗ ਕੋ ਜਾਨ ਸਾਰੇ ਗੱਜ ਕੇ ਆਖੋ ਸਤਿਨਾਮ। ਨੌਵੇਂ ਪਾਤਸ਼ਾਹ ਦਾ ਬਚਨ ਕਹਿੰਦੇ ਜਗਤ ਇੱਕ ਸੁਪਨਾ ਹੈ, ਫਰਕ ਇੰਨਾ ਇੱਕ ਸੁਪਨਾ ਬੰਦ ਅੱਖਾਂ ਨਾਲ ਵੇਖਦੇ ਆ ਤੇ ਇੱਕ ਸੁਪਨਾ ਅੱਖਾਂ ਖੋਲ ਕੇ ਵੇਖ ਰਹੇ ਹੈ। ਇਹ ਵੀ ਸੁਪਨਾ ਹੈ। 10ਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ ਹੋਇਆ। ਇੱਕ ਕਿਤਾਬ ਹੈ ਜੀ ਗੁਰਮਤਿ ਮਨੋਵਿਗਿਆਨ, ਜਸਵੰਤ ਸਿੰਘ ਨਿੱਕੀ ਉਹਨਾਂ ਦਾ ਬਚਨ। ਇਹ 10ਵੀਂ ਕਲਾਸ ਬਾਰੇ ਧਿਆਨ ਦੇਣਾ। ਉਹਨਾਂ ਦਾ ਬਚਨ ਹੈ, ਕਹਿੰਦੇ ਜਗਤ ਵਿੱਚ ਬਹੁਤ ਧਿਆਨ ਦੇਣਾ। ਹੁਣ ਇਹਦੇ ਬਾਅਦੋਂ ਆਪਾਂ 5 ਮਿੰਟ ਲੈਣੇ ਆ ਕਿ ਰੱਬ ਨੇ ਕਿਹਨੂੰ ਕਿਹੜਾ ਝਟਕਾ ਲਾਇਆ ਇਹ ਕਲਾਸ 'ਚ ਲੈ ਗਿਆ ਤੇ ਉਦੋਂ ਫਿਰ ਤੁਸੀਂ ਅਰਦਾਸ ਕਰਨੀ ਹੈ ਕਦ ਨਾਨਕ ਆਵੇ ਵਾਰੀ। ਇਹ ਬਚਨ ਤੋਂ ਬਾਅਦ 5-7 ਮਿੰਟ ਹੋ। ਇਹ ਜਸਵੰਤ ਸਿੰਘ ਨੇਕੀ ਜੀ ਦਾ ਬਚਨ ਹੈ, ਕਹਿੰਦੇ ਜਗਤ ਵਿੱਚ ਧਿਆਨ ਦੇਣਾ, ਜਗਤ ਵਿੱਚ ਆਰਜੀ ਤੌਰ ਤੇ ਰਹਿਣ ਆਏ ਦਾ ਜਦੋਂ ਗਿਆਨ ਹੋ ਜੇ, ਆਰਜੀ ਆਇਆ ਜਗਤ ਵਿੱਚ ਆਰਜੀ ਤੌਰ ਤੇ ਰਹਿਣ ਆਏ ਦਾ ਜਦੋਂ ਗਿਆਨ ਹੋ ਜੇ, ਅਸਲੀ ਸਾਡਾ ਸਫ਼ਰ ਜਿਹੜਾ ਉਦੋਂ ਸ਼ੁਰੂ ਹੁੰਦਾ ਹੈ। ਗੱਜ ਕੇ ਆਖੋ ਸਤਿਨਾਮ। ਜਗਤ ਵਿੱਚ ਆਰਜੀ ਤੌਰ ਤੇ ਰਹਿਣ ਦਾ ਜਦੋਂ ਆਏ ਆ ਅਸੀਂ, ਇਹ ਗਿਆਨ ਹੋ ਜੇ ਸਾਡਾ ਅਸਲੀ ਰੱਬ ਦੇ ਘਰ ਵੱਲ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ। ਦਸਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤੇ ਜਿਵੇਂ ਜਿਵੇਂ ਰੱਬ ਨੇ ਵਿਧ ਬਣਾਈ ਤੇ 5-7 ਮਿੰਟ ਸਹਿਯੋਗ ਦੇਣਾ। ਅੱਜ ਭਗਤ ਫਰੀਦ ਜੀ ਆ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ। ਇਹ ਝਟਕਾ ਕਦੋਂ ਲੱਗਾ, ਵਿਰਾਗ ਕਿਵੇਂ ਆਇਆ? ਜਗਤ ਬਿਨ ਸੰਹਾਰ ਹੈ ਤੇ ਅੰਦਰ ਲਗਨ ਇਧਰ, ਇਹ ਪਤਾ ਕਦੋਂ ਲੱਗਾ? ਪੜੋਗੇ ਨਾ ਫਰੀਦ ਜੀ ਦਾ ਜੀਵਨ, ਤੇ ਫਰੀਦ ਜੀ ਨੂੰ ਝਟਕਾ ਇੱਥੋਂ ਲੱਗਾ, ਮਾਂ ਅੱਗ ਬਾਲਦੀ ਪਈ ਸੀ ਤੇ ਅੱਗ ਬਲੇ, ਮਾਂ ਅੱਗ ਬਾਲਦੀ ਸੀ ਲੱਕੜਾਂ ਰੱਖ ਕੇ ਤੇ ਅੱਗ ਨਾ ਬਲੇ, ਤੇ ਮਾਂ ਨੇ ਕੀ ਕੀਤਾ ਵੀ ਛੋਟੀਆਂ ਲੱਕੜਾਂ ਨਾ ਉਹ ਪਹਿਲੇ ਲਾਤੀਆਂ। ਜਦੋਂ ਛੋਟੀਆਂ ਲੱਕੜਾਂ ਲਾਈਆਂ ਤੇ ਉਹਨੂੰ ਅੱਗ ਲੱਗ ਗਈ। ਫਰੀਦ ਹੀ ਵੇਖ ਰਹੇ ਆ, ਫਰੀਦ ਹੀ ਦੇਖ ਰਹੇ ਆ ਤੇ ਇੱਕਦਮ ਝਟਕਾ ਲੱਗਾ। ਝਟਕਾ, ਉਹ ਕੀ ਝਟਕਾ ਲੱਗਾ? ਕਹਿੰਦੇ ਉਹ ਮਨਾ, ਜੇ ਛੋਟੀਆਂ ਲੱਕੜਾਂ ਨੂੰ ਅੱਗ ਪਹਿਲੇ ਲੱਗ ਸਕਦੀ ਏ ਤੇ ਕੋਈ ਪਤਾ ਨਹੀਂ ਰੱਬ ਛੋਟੀ ਉਮਰ 'ਚ ਵੀ ਬੁਲਾ ਸਕਦਾ ਹੈ। ਦੇਖੋ
ਕਹਿੰਦੇ ਉਸ ਦਿਨ ਤੋਂ ਇਹੋ ਜਿਹਾ ਝਟਕਾ ਲੱਗਾ ਕਿ ਐ ਨਾ ਸੋਚ ਬੁੱਢੇ ਹੋ ਕੇ ਹੀ ਜਪਾਂਗੇ, ਵੱਡੇ ਹੋ ਕੇ ਹੀ ਜਪਾਂਗੇ। ਇਹ ਨਾ ਸੋਚ 60-70 ਤੋਂ ਬਾਅਦ ਜਪਾਂਗੇ। ਜਿਵੇਂ ਛੋਟੀ ਲੱਕੜ ਨੂੰ ਅੱਗ ਪਹਿਲੇ ਲੱਗ ਜਾਂਦੀ ਏ, ਕੋਈ ਪਤਾ ਨਹੀਂ ਕਿਤੇ ਉਹ ਛੋਟੀ ਉਮਰ 'ਚ ਹੀ ਨਾ ਬੁਲਾ ਲਵੇ, ਫਰੀਜ ਹੀ ਜੁੜ ਗਏ। ਇਹਨੂੰ ਵੇਖ ਕੇ ਹੀ ਬਸ ਜਗਤ ਬਿੰਸਨ ਹਾਰ ਨਜ਼ਰ ਆਣਾ। ਤੇ ਭਾਈ ਰਣਧੀਰ ਸਿੰਘ ਜੀ, ਗੱਜ ਕੇ ਆਖੋ ਸਤਿਨਾਮ। ਅੱਜ ਜਿਨ੍ਹਾਂ ਨੂੰ ਤੁਸੀਂ ਕਿੰਨੇ ਸਤਿਕਾਰ ਨਾਲ ਇੱਕ ਬਖਸ਼ੀ ਰੂਹ ਦੇ ਨਾਮ ਵਿੱਚ ਯਾਦ ਕਰਦੇ ਹੋ। ਇਹਨਾਂ ਦਾ ਜਿਹੜਾ ਪਲਟਾ ਕਿਵੇਂ ਵੱਜਿਆ, ਕਿਤਾਬ 'ਚ ਲਿਖਿਆ, ਉਧਰੋਂ ਭਾਈ ਸਾਹਿਬ BA ਦੀ ਤਿਆਰੀ ਕਰ ਰਹੇ ਤੇ ਉਧਰੋਂ ਵਕਾਲਤ ਦੇ ਪੇਪਰ। ਆਖੋ ਸਤਿਨਾਮ। ਇੰਨਾ ਪੜ੍ਹਾਈ ਦਾ ਰੁਝੇਵਾਂ, ਉਧਰੋਂ BA ਦੇ ਪੇਪਰਾਂ ਦੀ ਤਿਆਰੀ, ਉਧਰੋਂ ਵਕਾਲਤ ਦੇ ਪੇਪਰਾਂ ਦੀ ਤਿਆਰੀ। ਤੇ ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਦਾ ਸੁਨੇਹਾ ਆਇਆ ਕਿ ਜਿੰਨਾ ਨਿਤਨੇਮ ਕਰਦੇ ਹੋ ਨਾ ਉਹ ਕਰੀ ਚਲੋ। ਸੁਣਿਓ ਸੁਨੇਹਾ, ਪਿਤਾ ਜੀ ਨੇ ਕੀ ਸੁਨੇਹਾ ਭੇਜਿਆ? ਕਹਿਣ ਲੱਗੇ ਇਹਨਾਂ ਪੇਪਰਾਂ ਵਿੱਚੋਂ ਵੀ ਸੋਹਣੇ ਨੰਬਰਾਂ ਵਿੱਚ ਸਫਲਤਾ ਮਿਲ ਜਾਵੇ, ਇਹਨਾਂ ਪੇਪਰਾਂ ਚੋਂ ਵੀ ਸੋਹਣੇ ਨੰਬਰਾਂ ਵਿੱਚ ਸਫਲਤਾ ਮਿਲ ਜੇ। ਇੱਕ ਜਪਜੀ ਸਾਹਿਬ ਦਾ ਪਾਠ ਤੇ ਇੱਕ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ, ਇਹ ਵਧਾ ਦਿਓਗਾ ਜੀ ਕਿ ਆਖੋ ਸਤਿਨਾਮ। BA ਦੇ ਪੇਪਰ ਤੇ ਵਕਾਲਤ ਦੇ ਪੇਪਰ। ਹੁਣ ਸੁਣਿਓ ਜੀ, ਕਈ ਵਾਰੀ ਬਹੁਤ ਜ਼ਿਆਦਾ ਪੜ੍ਹਾਈ ਦਾ ਜ਼ੋਰ ਹੋਵੇ ਤੇ ਮੈਂ ਕਈਆਂ ਨੂੰ ਵੇਖਿਆ ਉਹਨਾਂ ਦੀ ਰਹਿਰਾਸ ਸਾਹਿਬ ਰਹਿ ਜਾਂਦੀ ਹੈ। ਆਖੋ ਸਤਿਨਾਮ। ਪਿਤਾ ਜੀ ਨੇ ਆਖਿਆ ਵੀ ਉਹ ਰਹਿ ਨਾ ਜਾਵੇ, ਇੱਕ ਜਪਜੀ ਸਾਹਿਬ ਸਵੇਰੇ ਵਧਾ ਦਿਓ, BA ਤੇ ਵਕਾਲਤ ਦੇ ਦੋਵੇਂ ਪੇਪਰ। ਇਹ ਸੰਗਤ ਜੀ ਪੜ੍ਹਿਓ ਕਿਤਾਬਾਂ। ਆ ਝਟਕਾ ਕਿੱਥੋਂ ਲੱਗਾ ਅੰਦਰ? ਭਾਈ ਰਣਧੀਰ ਸਿੰਘ ਜੀ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਹੇ ਸੀ ਤੇ ਪੰਕਤੀ ਆ ਗਈ, ਭਾਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਮਿਲਣ ਕੀ ਬਿਰਤੀ ਲੱਗ ਗਈ। ਆਖੋ ਸਤਿਨਾਮ। ਬਿਰਤੀ ਲੱਗ ਗਈ। ਆ ਕਰਿਓ ਕਿਰਪਾ ਜਰਾ ਜੀ। ਇਹ ਤੇਰੀ ਪਰੀਆ ਗਾਇ ਕੇ ਇਹ ਤੇਰੀ ਗੋਬਿੰਦ ਸੰਗਤ ਗੱਜ ਕੇ ਆਖੋ ਸਤਿਨਾਮ। ਫਰੀਦ ਜੀ ਦਾ ਪੜੋ, ਛੋਟੀਆਂ ਲੱਕੜਾਂ ਤੋਂ ਗਿਆਨ।
ਜੇ ਇਹਨੂੰ ਅੱਗ ਪਹਿਲੇ ਤੇ ਮੈਨੂੰ ਨਾ ਪਹਿਲੇ। ਭਾਈ ਰਣਧੀਰ ਸਿੰਘ ਜੀ ਦੇ ਜ਼ਿਕਰ ਪੜੋ ਤੇ ਇਹ ਪੰਕਤੀ ਤੇ ਪਤਾ ਨਹੀਂ ਕਿੰਨੇ ਘੰਟੇ ਇਹੋ ਚੱਲੀ ਜਾਵੇ। ਭਾਈ ਪ੍ਰਾਪਤ ਮਾਨਕ ਦੇਵਰੀਆ ਗੋਬਿੰਦ ਮਿਲਣ ਕੀ ਅਵਰ ਕਾਜ ਮਿਲ ਸਾਧ ਸੰਗਤ। ਭਾਈ ਸਾਹਿਬ ਜੁੜ ਗਏ ਹੋਏ ਹੋਏ। ਹੁਣ ਮੈਨੂੰ ਲੰਮਾ ਨਹੀਂ ਕਰਨਾ, ਇੱਥੋਂ ਤੱਕ ਕਿਤਾਬਾਂ 'ਚ ਲਿਖਿਆ ਕਿ ਅੱਖਾਂ ਵਿੱਚੋਂ ਨੀਰ ਰੁਕੇ ਹੀ ਨਹੀਂ। ਆਖੋ ਸਤਿਨਾਮ। ਨੀਰ ਰੁਕੇ ਹੀ ਨਹੀਂ। ਜੇ ਆਪਣੇ ਸਕੂਲ ਕਾਲਜ ਵੀ ਜਾਣ ਤੇ ਇੱਥੋਂ ਤੱਕ ਲਿਖਿਆ ਉੱਤੇ ਕਿਤਾਬ ਰੱਖਣੀ BA ਦੀ ਤੇ ਥੱਲੇ ਕਿਤਾਬ ਪੜ੍ਹਦੇ ਹੋਣਾ ਭਗਤਾਂ ਦੀਆਂ ਸਾਖੀਆਂ। ਕਹਿ ਕੇ ਆਖੋ ਸਤਿਨਾਮ। ਭਗਤਾਂ ਦਾ ਜੀਵਨ। ਇੱਕ ਲਿਖਿਆ ਨੀਰ ਨਹੀਂ ਰੁਕਦਾ ਸੀ ਅੱਖਾਂ 'ਚ। ਇੱਕ ਲਿਖਿਆ ਵੀ ਅੱਖ ਕਿਸੇ ਹੋਰ ਦੂਜੇ ਪਾਸੇ ਜਾਵੇ ਹੀ ਨਹੀਂ। ਪਿਤਾ ਜੀ ਨੂੰ ਪਤਾ ਲੱਗ ਗਿਆ। ਪਿਤਾ ਜੀ ਆ ਗਏ, ਕਹਿੰਦੇ ਉਹ BA ਕਰਨੀ ਕਿ ਨਹੀਂ, ਵਕਾਲਤ ਪਾਸ ਕਰਨੀ ਕਿ ਨਹੀਂ। ਆ ਕੀ ਹੋ ਗਿਆ? ਹਰ ਵੇਲੇ ਨੀਰ, ਹਰ ਵੇਲੇ ਵਿਰਾਗ। ਬਸ ਇੱਕ ਗੱਲ ਅੰਦਰ ਵੜ ਗਈ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਅਵਰ ਕਾਜ ਤੇਰੇ ਕਿਤੇ ਮੇਰੇ ਸਾਧ ਸੰਗਤ ਭਾਈ। ਪਿਤਾ ਜੀ ਕਹਿੰਦੇ ਬੇਟਾ ਕੀ ਹਾਲਤ ਬਣਾ ਲਈ, ਪੜ੍ਹਨਾ ਨਹੀਂ? ਤੇ ਅੱਗੋਂ ਆਉਂ ਹੱਥ ਜੋੜ ਕੇ ਕਹਿੰਦੇ ਤੁਸੀਂ ਬਣਾਉਣ ਵਾਲੇ ਹੋ। ਗੱਜ ਕੇ ਆਖੋ ਸਤਿਨਾਮ। ਆਪਣੇ ਪਿਤਾ ਜੀ ਨੂੰ ਕਹਿੰਦੇ ਤੁਸੀਂ ਬਣਾਉਣ ਵਾਲੇ ਹੋ। ਤੁਸੀਂ ਮੈਨੂੰ ਕਿਹਾ ਸੀ ਰਹਿਰਾਸ ਸਾਹਿਬ ਜੋੜ ਕੇ ਪੜ੍ਹਨੀ ਹੈ, ਜਪਜੀ ਸਾਹਿਬ ਇੱਕ ਪਾਠ ਵਧਾਉਣਾ ਹੈ। ਮੈਂ ਜੋੜ ਕੇ ਪੜ੍ਹਦਾ ਪਿਆ ਸਾਂ, ਹੁਣ ਇੱਥੇ ਮੇਰੀ ਝਟਕਾ ਲੱਗ ਗਿਆ। ਵਕਾਲਤ ਵੀ ਕੀਤੀ, BA ਵੀ ਜੋ ਕਰਨੀ ਕੀਤੀ ਪਾਸ। ਪਰ ਉਸ ਦਿਨ ਤੋਂ ਜਗਤ ਜਿਹੜਾ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਕੰਮ ਜਿੰਨੇ ਵੀ ਕਰ ਰਹੇ ਆ ਅਸਲੀ ਵਪਾਰ ਨਾਮ ਦਾ ਹੈ, ਨਾਮ ਦਾ। ਇਹ ਕੋਈ ਸਮਾਂ ਰੱਬ ਬਣਾਉਂਦਾ। ਆ ਤੁਸੀਂ ਹੁਣ ਨਾਂ ਸੁਣੋ ਨਾ ਮਹਾਤਮਾ ਬੁੱਧ ਜੀ ਦਾ। ਇਹ ਰਾਜਕੁਮਾਰ ਸੀ, ਕਿੰਨਾ ਚਿਰ ਦੇ ਅੰਦਰ ਹੀ ਰਹੇ ਆ। ਤੇ ਜਦੋਂ ਇਹਨਾਂ ਨੂੰ ਫਿਰ ਬਾਹਰ ਨਿਕਲੇ ਆ ਮਹਾਤਮਾ ਬੁੱਧ ਜੀ, ਗੌਤਮ ਬੁੱਧ ਨਾਂ ਪਹਿਲਾ। ਤੇ ਇਹ ਤੁਹਾਨੂੰ ਮੈਂ ਕਿਹਾ ਸਾਰਿਆਂ ਨੂੰ ਪਤਾ ਹੋਵੇਗਾ ਵੀ ਝਟਕਾ ਕਿੱਥੋਂ ਲੱਗਾ, ਪਾਸਾ ਕਿੱਥੋਂ ਪਲਟਿਆ। ਰੱਥ ਤੇ ਜਾ ਰਿਹਾ, ਸੇਵਕ ਨਾਲ ਨੇ। ਇਹ ਮਹਾਤਮਾ ਬੁੱਧ ਜੀ ਜਾ ਰਹੇ ਆ ਤੇ ਸਾਧ ਸੰਗਤ ਵੇਖੋ, ਰੱਬ ਨੇ ਜਦੋਂ ਵਿਧ ਬਣਾਣੀ ਹੋਵੇ ਬਦਲਾਉਣ ਦੀ, ਕਹਿੰਦੇ ਅੱਗੇ ਸਾਧ ਸੰਗਤ ਇੱਕ ਰੋਗੀ ਆ ਗਿਆ, ਬਿਮਾਰ ਆ ਗਿਆ। ਤੇ ਇਹਨਾਂ ਨੂੰ ਅੰਦਰ ਰੱਖਿਆ ਸੀ ਰਾਜਕੁਮਾਰ। ਤੇ ਉਹਨੂੰ ਰਥਵਾਨ ਨੂੰ ਪੁੱਛਦੇ ਐ ਇਹ ਕੌਣ ਹੈ? ਕਹਿੰਦੇ ਜੀ ਅੱਗੋਂ ਰਥਵਾਨ ਕਹਿੰਦਾ ਇਹ ਦੇਈ ਹਰ ਵੇਲੇ ਰੋਗ ਨਹੀਂ ਰਹਿੰਦੀ। ਕੋਈ ਕਰਮ ਇਹੋ ਜਿਹਾ ਆ ਜੇ ਤੇ ਇਸ ਤਰ੍ਹਾਂ ਰੋਗ ਵੀ ਲੱਗ ਜਾਂਦੇ, ਬਿਮਾਰੀਆਂ ਵੀ ਲੱਗ ਜਾਂਦੀਆਂ। ਬੜਾ ਝਟਕਾ ਲੱਗਾ। ਅਸੀਂ ਤੇ ਸਮਝਦੇ ਆ ਵੀ ਇਹ ਹਰ ਵੇਲੇ ਇਹਨੇ ਰੋਗ ਹੀ ਰਹਿਣਾ। ਇਸ ਤਰ੍ਹਾਂ ਹੀ ਜਾ ਰਹੇ ਸੀ ਮਹਾਤਮਾ ਬੁੱਧ ਤੇ ਅੱਗੇ ਸਾਧ ਸੰਗਤ ਇੱਕ ਬਜ਼ੁਰਗ ਆ ਗਿਆ। ਇਹ ਪਹਿਲੀ ਵਾਰੀ ਬਾਹਰ ਅੰਦਰ ਹੀ ਰੱਖਿਆ ਰਾਜਕੁਮਾਰ। ਤੇ ਰਥਵਾਨ ਨੂੰ ਪੁੱਛਦੇ ਵੀ ਐਡੀਆਂ ਝੁਰੜੀਆਂ ਪਈਆਂ, ਐਡਾ ਇਹ ਕੌਣ ਹੈ? ਅੱਗੋਂ ਕਹਿੰਦਾ ਜੀ ਪਹਿਲੇ ਉਹਨਾਂ ਨੇ ਲਿਖਿਆ ਵੀ ਹਰ ਵੇਲੇ ਅਰੋਗ ਨਹੀਂ, ਬਿਮਾਰੀ ਵੀ ਆ ਸਕਦੀ। ਰਥਵਾਨ ਕਹਿੰਦਾ ਹਰ ਵੇਲੇ ਜਵਾਨੀ ਨਹੀਂ ਰਹਿੰਦੀ, ਇਹ ਬੁਢਾਪਾ ਵੀ ਆ ਜਾਂਦਾ। ਆਖੋ ਸਤਿਨਾਮ। ਤੇ ਤੀਜਾ ਝਟਕਾ ਲੱਗਾ, ਅੱਗੇ ਜਾਈ ਜਾਂਦੇ ਤੇ ਮੁੜਦਾ ਲੈ ਕੇ ਜਾ ਰਹੇ। ਕੋਈ ਚੜਾਈ ਕਰ ਗਿਆ ਤੇ ਉਹਨੂੰ ਮਹਾਤਮਾ ਬੁੱਧ, ਗੌਤਮ ਬੁੱਧ ਨਾਂ ਸੀ। ਕਹਿੰਦੇ ਇਹ ਕੀ ਹੈ?
ਇਹ ਕਿੱਧਰ ਲਿਜਾ ਰਹੇ, ਕਿਹਨੂੰ ਲਿਜਾ ਰਹੇ? ਉਹ ਲਫ਼ਜ਼ ਲਿਖੇ ਨੇ ਜੀਵਨ। ਪਹਿਲੇ ਜਿਹੜਾ ਬਿਮਾਰ ਨਾਲ ਲਿਖਿਆ ਲਫ਼ਜ਼ ਵੀ ਹਰ ਵੇਲੇ ਸਰੀਰ ਰੋਗ ਨਹੀਂ, ਇਸ ਤਰ੍ਹਾਂ ਵੀ ਹੋ ਜਾਂਦਾ, ਬਿਮਾਰੀ ਵੀ ਲੱਗ ਜਾਂਦੀ। ਬਜ਼ੁਰਗ ਨਾਲ ਲਿਖਿਆ ਲਫ਼ਜ਼ ਜਵਾਨੀ, ਹਰ ਵੇਲੇ ਜਵਾਨੀ ਨਹੀਂ ਰਹਿੰਦੀ, ਬਜ਼ੁਰਗ ਵੀ ਹੋ ਜਾਂਦਾ। ਤੇ ਜਿੱਥੇ ਜਦੋਂ ਇਹਨਾਂ ਨੇ ਮੁੜਦਾ ਵੇਖਿਆ ਤੇ ਲਫ਼ਜ਼ ਲਿਖਿਆ ਜੀਵਨ, ਵੀ ਇਹ ਕੀ? ਅਗੋਂ ਰਥਵਾਨ ਕਹਿੰਦਾ ਜੀ ਇਹ ਜੀਵਨ ਹਰ ਵੇਲੇ ਨਹੀਂ ਰਹਿੰਦਾ, ਇਸ ਤਰ੍ਹਾਂ ਮਰਨਾ ਵੀ ਪੈਂਦਾ ਹੈ। ਆਖੋ ਸਤਨਾਮ। ਮਹਾਤਮਾ ਬੁੱਧ ਜੀ ਨੂੰ ਵੈਰਾਗ ਆ ਗਿਆ, ਇਹੋ ਜਿਹਾ ਵੈਰਾਗ ਆ ਗਿਆ। ਸਾਧ ਸੰਗਤ ਗੌਤਮ ਬੁੱਧ ਇੱਕ ਮਹਾਤਮਾ ਬੁੱਧ ਐਡੀ ਬੰਦਗੀ ਵਾਲੇ ਹੋ ਕੇ ਵਿਚਰੇ, ਗੱਜ ਕੇ ਆਖੋ ਸਤਨਾਮ। ਇਹ ਹੁਣ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਨਿਰੰਕਾਰ ਨੇ ਜਗਤ ਬਿਨਸਨਹਾਰ ਨਜ਼ਰ ਆਣਾ ਸ਼ੁਰੂ ਹੋ ਜੇ, ਇਹਦੀ ਬਿਦ ਬਣਾ ਦੇ। ਹੁਣ ਅੱਗੇ ਆ ਜਾਓ, ਬੁੱਲਾ ਸ਼ਾਹ, ਇਹਨੂੰ ਕਿੱਥੋਂ ਝਟਕਾ ਲੱਗਾ ਪਤਾ ਜੀ? ਬੁੱਲੇ ਸ਼ਾਹ ਦਾ ਗੁਰੂ ਪਿਆਜ਼ ਦੀ ਪਨੀਰੀ ਲਾ ਰਿਹਾ ਸੀ। ਆਖੋ ਸਤਨਾਮ। ਹਾਂ, ਪਿਆਜ਼ ਦੀ ਪਨੀਰੀ, ਗੰਢਿਆਂ ਦੀ, ਇਹਦੀ ਪਨੀਰੀ ਲੱਗਦੀ ਜਿਵੇਂ ਝੋਨੇ ਦੀ ਪਨੀਰੀ ਦੀ ਆਉਂ ਲਾਉਂਦੇ ਨੇ। ਇੱਕ ਹੁੰਦਾ ਬੀਜ ਪਾਣਾ, ਇੱਕ ਪਨੀਰੀ ਲਾਉਣੀ। ਬੁੱਲੇ ਸ਼ਾਹ ਦੇ ਗੁਰੂ ਦਾ ਨਾਂ ਆਇਆ ਅਨਾਇਤ ਸ਼ਾਹ। ਉਹ ਪਨੀਰੀ ਲਾ ਰਿਹਾ ਗੰਢਿਆਂ ਦੀ, ਪਿਆਜ਼ ਦੀ। ਇਹ ਜਿੰਨੀ ਸੰਗਤ ਹੋ ਨਾ, ਸੰਗਤ ਕਰਨ ਦੇ ਲਾਭ ਬਹੁਤ ਹੋ ਜਾਂਦੇ, ਬਹੁਤ ਲਾਭ। ਮੈਨੂੰ ਕਿਸੇ ਸੱਜਣ ਨੇ ਕਿਹਾ ਸੀ, ਕਹਿੰਦੇ ਜੀ ਤੁਹਾਡੇ ਤੇ ਕਿਰਪਾ ਹੈ, ਆਂਡਾ ਮੀਟ ਤੇ ਨਹੀਂ ਖਾਂਦੇ ਤੁਸੀਂ। ਮੈਨੂੰ ਕਹਿਣ ਲੱਗਾ, ਮੈਨੂੰ ਕਹਿੰਦਾ ਗੰਢਾ ਵੀ ਨਾ ਖਾਇਆ ਕਰੋ, ਥੋਮ ਵੀ ਨਾ ਖਾਇਆ ਕਰੋ। ਮੈਂ ਸੋਚੀ ਪੈ ਗਿਆ, ਮੈਂ ਕਿਹਾ ਯਾਰ ਨਵਾਂ ਕੁਐਸਚਨ ਕਰਦਾ ਵੀ ਕਈ ਛੱਡਦੇ ਥੋਮ ਗੰਢਾ, ਕਈ। ਮੈਂ 3-4 ਦਿਨ ਸੋਚਦਾ ਰਿਹਾ, ਕੋਈ ਗੰਢਾ ਵੀ ਛੱਡ ਦੇਣਾ ਚਾਹੀਦਾ, ਥੋਮ ਵੀ ਛੱਡ ਦੇਣੀ ਚਾਹੀਦੀ, ਕੀ ਗੱਲ ਮੈਨੂੰ ਕਹਿ ਗਿਆ। ਫਿਰ ਇੱਕਦਮ ਆ ਦੋ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ। ਇੱਕ ਤੇ ਆ ਗਈ ਵੀ ਬੁੱਲੇ ਸ਼ਾਹ ਦਾ ਗੁਰੂ ਕੋਈ ਛੋਟੀ ਗੱਲ ਤੇ ਹੋਏਗੀ ਨਹੀਂ, ਜੇ ਉਹ ਪਿਆਜ਼ ਦੀ ਪਨੀਰੀ ਲਾ ਰਿਹਾ ਤੇ ਮਤਲਬ ਗੰਢੇ ਦੀ ਕੋਈ ਗੱਲ ਨਹੀਂ। ਆਖੋ ਸਤਨਾਮ। ਤੇ ਇੱਕ ਦੂਜੀ ਮੇਰੇ ਅੱਗੇ ਗੱਲ ਆ ਗਈ ਕਿ ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਕੋਲ ਪੁੱਤਰ ਮੰਗਣ ਗਏ ਤੇ ਬਾਬਾ ਜੀ ਨੇ ਗੰਢਾ ਭੰਨਿਆ, ਖਾਂਦਾ ਹੀ ਤੇ ਭੰਨਿਆ ਨਾ। ਕਹਿ ਦਿਓ ਗੱਜ ਕੇ ਸਤਨਾਮ। ਮੈਂ ਫਿਰ ਆਪਣੇ ਆਪ ਨੂੰ ਸਿੱਧਾ ਕਰ, ਮੈਂ ਕਿਹਾ ਕੋਈ ਨਹੀਂ, ਬਾਬਾ ਬੁੱਢਾ ਜੀ ਖਾਂਦੇ ਤੇ ਅਸੀਂ ਖਾ ਲਿਆ, ਫਿਰ ਕਾਦੀ ਹੋ ਗਈ। ਇਹ ਕਈ ਚੀਜ਼ਾਂ ਦੇ ਜਵਾਬ ਮਿਲ ਜਾਂਦੇ ਸੰਗਤ ਚ। ਆਖੋ ਸਤਨਾਮ। ਬਈ ਸਾਡੇ ਸਤਿਗੁਰਾਂ ਨੇ ਉਹਨਾਂ ਮਿਸ਼ਨ ਦਿੱਤਾ ਜਿਹੜਾ ਬਿਲਕੁਲ ਗੁਰਮਤਿ ਅਨੁਸਾਰ ਜ਼ਰੂਰੀ ਹੈ, ਚਾਹੀਦਾ ਹੈ, ਲੋੜ ਹੈ। ਤੇ ਜਿਵੇਂ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਰੱਬ ਦੇ ਜੀ ਮਾਰਨੇ ਜ਼ਬਾਨ ਦੇ ਸਵਾਦ ਕਰਕੇ ਪਾਪ। ਘਰ 'ਚ ਸਫਾਈ ਲਈ ਤੁਸੀਂ ਕੋਈ ਦਵਾਈ ਪਾ ਰਹੇ ਹੋ, ਉਹ ਬਾਤ ਹੋ ਰਿਹਾ। ਆਖੋ ਸਤਨਾਮ। ਉਹ ਗੱਲ ਹੋ ਹੈ, ਉਹ ਚੀਜ਼ ਹੋ ਹੈ। ਇਹ ਬਹੁਤ ਵੱਡੀਆਂ ਸਾਨੂੰ ਗੁਰੂ ਘਰ ਚੋਂ ਜੋ ਆਪ ਜੀ ਪੜ੍ਹਦੇ ਹੋ ਨਾ, 9 ਖੰਡ ਪ੍ਰਿਥਵੀ ਫਿਰੇ ਚਿਰ ਜੀਵੇ, ਮਹਾ ਉਦਾਸ ਤਪੀਸਰ ਥੀਵੇ, ਅਗਨ ਮਾਏ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬਵਾਸਨ, ਜੈਨ ਮਾਰਗ ਸੰਜਮ ਸਾਧਨ। ਕਿਉਂਕਿ ਮਹਾਰਾਜ ਨੇ ਸਾਨੂੰ ਇਹਨਾਂ ਤੋਂ ਬਚਾ ਕੇ ਰੱਖਿਆ, ਇਹਨਾਂ ਤੋਂ ਬਚਾ ਕੇ ਰੱਖਿਆ ਮੇਰੇ ਸਤਿਗੁਰੂ। ਰਸਨਾ ਦੇ ਸਵਾਦ ਲਈ ਜੀਵ ਦੀ ਹੱਤਿਆ, ਇਹਦਾ ਧਿਆਨ ਰੱਖ। ਆਖੋ ਸਤਨਾਮ। ਤੂੰ ਹੁਣ ਤੁਰਿਆ ਜਾ ਰਿਹਾ, ਹੁਣ ਇਹ ਘਰ ਚੋਂ ਅਸੀਂ ਨਿਕਲਣਾ ਤੇ ਗੱਡੀ ਤੱਕ ਬਹਿਣਾ, ਤੇ ਸਹਿਜ ਸੁਭਾਅ ਤੇਰੇ ਪੈਰ ਥੱਲੇ ਤੈਨੂੰ ਪਤਾ ਹੀ ਨਹੀਂ ਕੋਈ ਕੀੜਾ ਆ ਗਿਆ, ਉਹਦੀ ਮੌਤ ਹੋ ਗਈ ਹੈ, ਤੇ ਉਹਦੀ ਲਿਖੀ ਇੰਝ ਸੀ। ਤੂੰ ਸਵਾਦ ਲਈ ਨਹੀਂ ਕੀਤੀ, ਆਪਣੇ ਰਸ ਲਈ ਨਹੀਂ ਕੀਤੀ। ਇਹ ਬੜਾ ਹੀ ਤੁਹਾਨੂੰ ਉੱਚਾ ਮਾਰਗ ਇੱਕ ਗੁਰੂ ਘਰ ਵਿੱਚੋਂ ਝੋਲੀ 'ਚ ਪਿਆ ਹੋਇਆ। ਆਖੋ ਸਤਨਾਮ। ਇਹ ਮੈਨੂੰ ਕਿਸੇ ਨੇ ਪਾਤਾ ਵੀ ਥੋਮ ਨਾ ਖਾਇਆ ਕਰੋ, ਗੰਢਾ। ਤੇ ਮੈਂ 4 ਦਿਨ ਸੋਚੀ, ਫਿਰ ਜਦੋਂ ਆਹ ਵੇਖਿਆ ਵੀ ਬਾਬਾ ਜੀ ਨੇ ਗੰਢਾ ਭੰਨਿਆ, ਗੱਜ ਕੇ ਆਖੋ ਸਤਨਾਮ।
ਮੈਂ ਕਿਹਾ ਸਾਡੇ ਬਾਬਾ ਜੀ ਨੇ ਭੰਨਿਆ ਕੰਡਾ ਤੇ ਫਿਰ ਕੋਈ ਗੱਲ ਨਹੀਂ, ਇਹਦਾ ਮਤਲਬ ਖਾਂਦੇ ਸੀ ਬਾਬਾ ਬੁੱਢਾ ਜੀ ਤੇ ਗੁਰੂ ਨਾਨਕ ਦੇ ਦਰਸ਼ਨ। ਜੇ ਮਨਾ ਕਰਨਾ ਤੇ ਬਾਬੇ ਨਾਨਕ ਨੇ ਉਹਨਾਂ ਨੂੰ ਕਰ ਹੀ ਦੇਣਾ ਸੀ। ਆਖੋ ਸਤਨਾਮ। ਤੋ ਇੱਕ ਗੱਲ ਚੋਂ ਕਈ ਕੁਝ ਕਈ ਗੱਲ ਤੋ ਬੁੱਲੇ ਸ਼ਾਹ ਨੂੰ ਝਟਕਾ ਕਿੱਥੋਂ ਲੱਗਾ? ਇਹ ਹਰ ਕੋਈ ਕੋਈ ਟਾਈਮ ਬਣਦਾ ਕਿ ਜਗਤ ਬਿਨਸਨਹਾਰ। ਉਹ ਪਨੀਰੀ ਲਾ ਰਿਹਾ ਸੀ ਅਨਾਇਤ ਖਾਂ, ਵੇਖੋ ਗੁਰੂ ਹੈ ਬੁੱਲੇ ਸ਼ਾਹ ਦਾ, ਰਾਤੀ ਕੰਮ ਕਰ ਰਿਹਾ, ਕਿੱਡੀ ਪਿਆਰੀ ਬਾਤ ਹੈ। ਉਹ ਪਨੀਰੀ ਲਾ ਰਹੇ ਸੀ ਤੇ ਅੱਗੋਂ ਬੁੱਲਾ ਸ਼ਾਹ ਜੀ ਕੋਲ ਚਲੇ ਗਏ, ਕਹਿੰਦੇ ਗੁਰਦੇਵ ਨਮਸਕਾਰ। ਹਾਂ ਬਈ ਅਸੀਸ ਹੈ। ਤੇ ਜਦੋਂ ਬੁੱਲੇ ਸ਼ਾਹ ਨੇ ਬੇਨਤੀ ਕੀਤੀ, ਜੀ ਰੱਬ ਨੂੰ ਕਿਵੇਂ ਪਾਈਏ, ਰੱਬ ਨੂੰ ਕਿਵੇਂ ਹੋਵੇ ਪਾਉਣਾ? ਤੇ ਉਹ ਪਨੀਰੀ ਲਾ ਰਹੇ ਸੀ ਤੇ ਪਨੀਰੀ ਲਾਂਦੇ ਲਾਂਦੇ ਝਟਕਾ ਲਾਤਾ। ਕਹਿੰਦੇ ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਉਹ ਪਨੀਰੀ ਪੁੱਟੀ ਇੱਥੋਂ ਤੇ ਦੂਜੀ ਜਗ੍ਹਾ ਲਾਤੀ। ਕਹਿੰਦੇ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਇੰਨੇ ਨਾਲ ਹੀ ਗਿਆਨ ਹੋ ਗਿਆ ਗੱਲ ਤੇ ਮਨ ਨੂੰ ਪੁੱਟਣ ਦੀ, ਇਧਰੋਂ ਪੁੱਟ ਦੇ ਤੇ ਰੱਬ ਵੱਲ ਲਾ ਦੇ। ਆਖੋ ਸਤਨਾਮ। ਇਹ ਕੋਈ ਸਮਾਂ ਬਣਦਾ ਹਰ ਘਰ, ਰੱਬ ਬਣਾ ਦਿੰਦਾ। ਅਰਦਾਸ ਕਰੋ, ਮੇਰਾ ਦਿਲ ਕਰਦਾ ਵੇ ਮੈਂ ਪੜਾਂ ਕਦ ਨਾਨਕ ਆਵੇ। ਹਮਾਰਾ ਕੋ ਸਮਾਂ ਇਸ ਤਰ੍ਹਾਂ ਸਹਿਜ ਸੁਭਾਅ, ਇਹ ਕਿਰਪਾ। ਤੇ ਜਿਹੜਾ ਬੰਦਾ ਜਿਵੇਂ ਉਹ ਚੀਜ਼ ਫਸੇ ਪਏ ਆ ਤੇ ਗਿਆਨ ਹੋ ਜੇ, ਫਿਰ ਤੇਰੇ ਘਰ ਨੂੰ ਕਲੀ ਨਹੀਂ ਵੀ ਹੋਈ ਤਾਂ ਵੀ ਸ਼ਾਂਤੀ। ਜੇ ਦੂਜਿਆਂ ਨਾਲੋਂ ਸਾਦਾ ਤਾਂ ਵੀ ਸ਼ਾਂਤੀ। ਤੂੰ ਕੁਝ ਅੰਦਰ ਕੁਝ ਹੋਰ ਵੱਜ ਜਾਂਦਾ। ਬਿਨਸਨਹਾਰ ਹੈ ਨਾ ਹੋਵੇ ਤੇ ਗੁੱਸਾ ਨਾ ਕਰਿਓ। ਮੈਂ ਬਾਬਾ ਜੀ ਦੀ ਜ਼ੋਰੀ ਚ ਕਹਿਣਾ, ਨਰਕ ਬਣੇ ਪਏ ਘਰ, ਨਰਕ। ਮਾਇਆ ਹੈਗੀ ਤਾਂ ਵੀ ਨਰਕ, ਕਾਰੋਬਾਰ ਹੈਗੇ ਤਾਂ ਵੀ ਨਰਕ, ਪਰਿਵਾਰ ਹੈਗੇ ਤਾਂ ਵੀ ਨਰਕ। ਕਿਉਂ? ਅੰਦਰੋਂ ਅੱਗ ਹੀ ਨਹੀਂ ਬੁਝਦੀ ਪਈ ਲਾਲਚ ਦੀ, ਅੰਦਰੋਂ ਅੱਗ ਹੀ ਨਹੀਂ ਬੁਝ ਰਹੀ ਈਰਖਾ ਦੀ, ਅੰਦਰੋਂ ਅੱਗ ਹੀ ਨਹੀਂ ਬੁਝ ਰਹੀ। ਦਿਨ ਰਾਤ ਅੱਗ ਲੱਗੀ ਪਈ ਏ। ਇਹਨੂੰ ਨੀਵਾਂ ਵਿਖਾ ਦਿਆਂ, ਇਹਨੂੰ ਨੀਵਾਂ ਵਿਖਾ ਦਿਆਂ। ਜਿਹਨੂੰ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜੇ, ਉਹਦੀਆਂ ਇਹ ਅੱਗਾਂ ਹੀ ਮੁੱਕ ਜਾਂਦੀਆਂ। ਐਡਾ ਆਨੰਦ ਬਣ ਜਾਂਦਾ। ਮੇਰਾ ਦਿਲ ਕਰਦਾ ਪੜਾਂ ਕਦ ਨਾਨਕ ਆਵੇ ਵਾਰੀ। ਚਲੋ ਸਮਾਂ ਪੂਰਾ ਸੁਣਾ, ਇੱਕ ਝਟਕਾ ਹੋਰ ਸੁਣ ਲਓ। ਭਾਈ ਰਾਮਾ ਸਿੰਘ ਜੀ, ਜਿਨ੍ਹਾਂ ਦੀ ਕਿਤਾਬ ਤੁਸੀਂ ਸੁਣਦੇ ਹੋ, ਸਿੱਕਾ ਸੋਨੇ ਦਾ, ਰੂਪ ਖਾਲਸੇ ਦਾ, ਰੂਪ ਗੋਬਿੰਦ ਦਾ, ਰਾਜ ਖਾਲਸੇ ਦਾ, ਕਿਤਾਬ ਦਾ ਨਾਂ ਹੈ। ਪਤਾ ਨਹੀਂ ਉਹਨਾਂ ਦੀ ਵੀ ਕੋਈ ਮੌਜ ਆ ਗਈ, ਉਹਨਾਂ ਨੇ ਕੁਝ ਆਪਣੇ ਜ਼ਿਕਰ ਲਿਖੇ ਨੇ। ਕਹਿੰਦੇ ਮੈਨੂੰ ਝਟਕਾ ਕਿੱਥੋਂ ਲੱਗਾ? ਇਹ 10ਵੀਂ ਕਲਾਸ ਦਾ, 10ਵੀਂ ਬਾਬੇ ਨਾਨਕ ਦੇ ਸਕੂਲ ਦੀ 10ਵੀਂ ਕਲਾਸ। ਭਾਈ ਰਾਮਾ ਸਿੰਘ ਜੀ ਖੰਡ ਕੀਰਤਨੀ ਜਥੇ ਦੇ, ਬੜੀ ਰੰਗੀ ਰੂਹ। ਉਹ ਕਹਿੰਦੇ ਮੇਰੀ ਮਾਂ ਨਾ ਕੱਪੜੇ ਧੋਂਦੀ ਪਈ ਸੀ। ਆਖੋ ਸਤਨਾਮ। ਤੁਸੀਂ ਕੱਪੜੇ ਧੋਂਦੀਆਂ ਜਦੋਂ, ਤਾਂ ਥਾਪੀ ਤੇ ਥਾਪੀ ਮਾਰਦੀਆਂ ਕੱਪੜੇ ਦੇ। ਬੀਬੀਆਂ ਜਦੋਂ ਕੱਪੜੇ ਧੋਂਦੀਆਂ, ਕਹਿੰਦੇ ਮੇਰੀ ਮਾਂ ਨਾ ਕੱਪੜੇ ਧੋ ਰਹੀ ਤਾਂ ਉਹ ਥਾਪੀ ਉੱਤੋਂ ਲਿਆਵੇ ਫਿਰ ਮਾਰੇ ਕੱਪੜੇ। ਕਹਿੰਦੇ ਮੈਂ ਛੋਟਾ ਜਿਹਾ, ਉਹਨੇ ਆਪਣੀ ਉਮਰ ਲਿਖੀ 6 ਸਾਲ। ਭਾਈ ਰਾਮਾ ਜੀ ਨੇ 6 ਸਾਲ ਉਮਰ ਲਿਖੀ। ਕਹਿੰਦੇ ਮੈਂ 6 ਸਾਲ ਦਾ ਤੇ ਕੋਲ ਖੜਾ, ਮਾਂ ਨਾ ਉਹ ਕੱਪੜਿਆਂ ਨੂੰ ਕੁੱਟੀ ਜਾਵੇ ਥਾਪੀ ਦੇ। ਤੇ ਕਹਿੰਦੇ ਮੈਂ ਮਾਂ ਨੂੰ ਸਹਿਜ ਸੁਭਾਅ ਪੁੱਛ ਲਿਆ, ਮਾਂ ਇਹ ਵਿਚਾਰੇ ਕੱਪੜੇ ਦਾ ਕੀ ਕਸੂਰ ਏ, ਕਿਉਂ ਇਹਨੂੰ ਇਹਨਾਂ ਕੁੱਟਦੀ ਪਈ ਏ ਥਾਪੀ ਨਾਲ? ਤੇ ਅੱਗੋਂ ਮਾਂ ਕਹਿੰਦੀ ਏ ਇਹਨੂੰ ਕੱਪੜੇ ਨੂੰ ਕੁੱਟ ਨਹੀਂ ਸੀ ਪੈਣੀ ਤਾਂ ਪੈਂਦੀ ਪਈ ਏ, ਇਹਦੇ 'ਚ ਮੈਲ ਭਰੀ ਏ ਤੇ ਕੁੱਟ ਕੇ ਨਿਕਲਣੀ। ਉਹਨਾਂ ਨੂੰ ਗਿਆਨ ਹੋ ਗਿਆ ਜੀ। ਆਖੋ ਸਤਨਾਮ। ਪੁੱਤਰ ਮੈਲ ਭਰੀ ਏ ਤੇ ਕੁੱਟ ਕੇ ਨਿਕਲਣੀ ਏ। ਮਾਂ ਇਹ ਕੱਪੜੇ ਦੀ ਮੈਲ ਕੁੱਟ ਕੇ ਨਿਕਲਦੀ ਏ, ਦੂਜੀ ਮੈਲ। ਮਾਂ ਨੇ ਅੱਗੋਂ ਝਟਕਾ ਲਾਤਾ। ਕਹਿੰਦੇ ਪੁੱਤਰ ਜੇ ਤੇ ਨਾਮ ਜਪ ਲਵੇਂ ਤੇ ਸੌਖੀ ਨਿਕਲ ਜੇਗੀ, ਨਹੀਂ ਤੇ ਜਿਵੇਂ ਕੱਪੜੇ ਨੂੰ ਕੁੱਟਿਆ ਇਤਨਾ ਹੀ ਜੰਮ ਕੁੱਟਣਗੇ। ਆਖੋ ਸਤਨਾਮ। ਇਹਨੇ 'ਚ ਗਿਆਨ ਹੋ ਗਿਆ। ਭਰੀਏ ਮਤ ਪਾਪਾਂ ਕੇ ਉਹ ਧੋਪੇ ਪੜ੍ਹਦੇ ਹੋ।
ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤਰੇ। ਪੁੱਤਰ ਵੀ ਜੇ ਤੇ ਵਾਹਿਗੁਰੂ ਵਾਹਿਗੁਰੂ ਜਪ ਕੇ ਆ ਜਿਹੜੀ ਮੈਲ ਇੱਥੇ ਨਿਕਲ ਜੇ ਤੇ ਸੌਖਾ ਹੈ, ਨਹੀਂ ਤੇ ਜਿਵੇਂ ਕੱਪੜੇ ਨੂੰ ਕੁੱਟਦੇ ਆ ਇਸ ਤਰ੍ਹਾਂ ਜਮ ਕੁੱਟਦੇ। ਜਿਉਂ ਜਮ ਆਏ ਕੇਸ ਗਏ ਪਟ ਕੇ। ਇੱਕ ਉਹਨਾਂ ਨੇ ਲਿਖਿਆ ਇੱਥੋਂ ਮੈਨੂੰ ਗਿਆਨ ਹੋਇਆ 6 ਸਾਲ ਦੀ ਉਮਰ 'ਚ। ਮਾਂ ਦੇ ਕੱਪੜੇ ਧੋਣ ਤੋਂ ਮੈਨੂੰ ਇਹ ਗਿਆਨ ਹੋ ਗਿਆ ਵੀ ਜਿਹੜੀ ਨਾਮ ਜਪ ਕੇ ਮੈਲ ਧੋ ਲਈਏ ਇਹ ਜਗਤ ਬਿਨ ਸੰਹਾਰ। ਤੇ ਇੱਕ ਉਹਨਾਂ ਨੇ ਲਿਖਿਆ ਨਾਂ ਰਤਨ ਦਾਸ, ਸੁਣਿਓ ਕੋਈ ਮਹਾਂਪੁਰਸ਼ ਹੋਣੇ ਉਸ ਵੇਲੇ, ਰਤਨ ਦਾਸ। ਇਹ ਭਾਈ ਰਾਮਾ ਸਿੰਘ ਲਿਖਦੇ ਉਦੋਂ ਉਮਰ ਮੇਰੀ 8 ਸਾਲ ਸੀ, 8 ਸਾਲ ਦੀ। ਕਹਿੰਦੇ ਮੈਂ 8 ਸਾਲ ਦੀ ਉਮਰ ਇੱਕ ਮਾਂ ਦਾ ਜਿਹੜਾ ਕਿੱਸਾ ਉਹਨਾਂ ਨੇ ਲਿਖਿਆ 6 ਸਾਲ ਦਾ, ਇਹ ਲਿਖਿਆ 8 ਸਾਲ ਦਾ। ਕਹਿੰਦੇ 8 ਸਾਲ ਦੀ ਉਮਰ ਤੇ ਇੱਕ ਰਤਨ ਦਾਸ ਮਹਾਂਪੁਰਸ਼, ਕਹਿੰਦੇ ਮੈਂ ਭੋਲੇ ਭਾ ਉਹਨਾਂ ਦੇ ਗੋਡੇ ਨੂੰ ਹੱਥ ਲਾਇਆ ਤੇ ਆਖਿਆ ਜੀ ਕੋਈ ਉਪਦੇਸ਼ ਦਿਓ। ਕਹਿੰਦੇ ਮੇਰਾ ਮੋਢਾ ਫੜ ਕੇ ਉਹ ਰਤਨ ਦਾਸ ਮਹਾਂਪੁਰਸ਼ ਕਹਿਣ ਲੱਗੇ ਕਾਕਾ ਕਾਕਾ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ 84 ਲੱਖ ਜੂਨਾਂ ਵਿੱਚ ਘੁੰਮਣਾ ਪੈਂਦਾ ਹੈ। ਇਹ ਸੁਣਿਓ ਜੀ, ਉਹਨਾਂ ਨੇ ਲਿਖਿਆ ਰਤਨ ਦਾਸ ਇਹ ਮਹਾਂਪੁਰਸ਼। ਮੈਨੂੰ ਮੋਢਾ ਫੜ ਕੇ ਇੰਨੀ ਗੱਲ ਕਹਿਤੀ ਜਿਹੜੇ ਨਾਮ ਨਹੀਂ ਜਪਦੇ 84 ਲੱਖ ਜੂਨ ਚ ਘੁੰਮਣਾ ਪੈਂਦਾ ਹੈ। ਇਹ ਲਿਖਦੇ ਆ, ਕਹਿੰਦੇ ਉਹਨਾਂ ਉਹ ਗੱਲ ਕਹੀ ਤੇ ਮੇਰੇ ਵੱਸ ਗਈ। ਵੱਸਣ ਤੋਂ ਬਾਅਦ ਇਹਨਾਂ ਨੇ ਨਾ 2 ਜ਼ਿਕਰ ਲਿਖੇ ਆ ਭਾਈ ਰਾਮਾ ਸਿੰਘ ਜੀ। ਉਹ ਕੀ, ਉਦੋਂ ਟਾਂਗੇ ਹੁੰਦੇ ਸੀ। ਕਹਿੰਦੇ ਮੈਂ ਨਾ ਟਾਂਗੇ ਤੇ ਬੈਠਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਸੇ ਦਿਨ ਹੀ ਘੰਟੇ ਬਾਅਦ। ਤੇ ਕਹਿੰਦੇ ਜਦੋਂ ਮੈਂ ਟਾਂਗੇ ਤੇ ਬੈਠਾ ਤੇ ਘੋੜੇ ਦੇ ਨਾ ਪਿੱਠ ਤੇ ਜ਼ਖਮ ਹੋਇਆ ਹੋਇਆ। ਮੈਂ ਬੈਠਾ ਵੀ ਅੱਗੇ, ਇੱਕ ਹੁੰਦਾ ਟਾਂਗੇ ਤੇ ਪਿਛਲੀ ਸੀਟ ਤੇ ਪਾਉਂਦੇ ਇੱਕ ਅਗਲੀ। ਕਹਿੰਦੇ ਮੈਂ ਟਾਂਗੇ ਤੇ ਬੈਠਾ ਤੇ ਘੋੜੇ ਦੀ ਪਿੱਠ ਤੇ ਨਾ ਜ਼ਖਮ, ਪਰ ਜਿਹੜਾ ਟਾਂਗੇ ਵਾਲਾ ਉਹ ਇਹ ਨਹੀਂ ਸੀ ਵੇਖਦਾ ਕਿ ਜਿਹੜਾ ਛੈਂਟਾ ਹੈ ਉਹ ਮੈਂ ਜ਼ਖਮ ਤੇ ਮਾਰ ਰਿਹਾ ਕਿ ਦੂਜੀ ਜਗ੍ਹਾ ਮਾਰ ਰਿਹਾ, ਉਹ ਜ਼ਖਮ ਦੇ ਉੱਤੇ ਹੀ ਛੈਂਟਾ ਮਾਰੀ ਜਾਵੇ। ਤੇ ਕਹਿੰਦੇ ਮੈਨੂੰ ਵੇਖਦਿਆਂ ਨਾ ਇੱਕ ਗਿਆਨ ਹੋ ਗਿਆ ਮੈਨੂੰ। ਸਵੇਰੇ ਰਤਨ ਦਾਸ ਮਹਾਂਪੁਰਸ਼ਾਂ ਨੇ ਕਿਹਾ ਜਿਹੜੇ ਨਾਮ ਨਹੀਂ ਜਪਦੇ 84 ਲੱਖ ਜੂਨ ਚ ਭਟਕਣਾ ਪੈਂਦਾ। ਇਹ ਘੋੜਾ ਵੀ 84 ਲੱਖ ਜੂਨ ਚੋਂ ਇੱਕ ਜੂਨ ਭੁਗਤ ਰਿਹਾ, ਜ਼ਖਮ ਹੋਇਆ, ਤਾਂ ਵੀ ਮਾਲਕ ਨੂੰ ਤਰਸ ਨਹੀਂ ਆਉਂਦਾ। ਓਏ ਨਾਮ ਜਪ ਲੈ ਮਨਾ, ਕਿਤੇ ਤੂੰ ਹੀ ਇਹਨਾਂ ਜੂਨਾਂ ਵਿੱਚ ਐਡੇ ਕਸ਼ਟ ਨਾ ਸਹਾਰਨੇ ਪੈ ਜਾ। ਇੱਥੋਂ ਗਿਆਨ ਹੋ ਗਿਆ। ਦੂਜਾ ਉਹਨਾਂ ਨੇ ਜ਼ਿਕਰ ਲਿਖਿਆ, ਕਹਿੰਦੇ ਉਸੇ ਦਿਨ ਮੈਂ ਖੇਤਾਂ 'ਚ ਗਿਆ, ਖੇਤੀ ਹੋਣੀ ਕੋਈ ਵੱਡਿਆਂ ਦੀ। ਕਹਿੰਦੇ ਮੈਂ ਖੇਤਾਂ 'ਚ ਗਿਆ ਤੇ ਨਾਲ ਦੇ ਖੇਤ ਵਾਲਾ ਨਾ ਬਲਦ ਚਰਾਉਂਦਾ ਪਿਆ, ਬਲਦ। ਇਹ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਜੀ, ਮੈਂ ਉਹ ਸੇਮ ਬੋਲ ਰਿਹਾ। ਕਹਿੰਦੇ ਮੈਂ ਉਹ ਨਾਲ ਦੇ ਖੇਤਾਂ 'ਚ ਖਲੋ ਗਿਆ। ਕਹਿੰਦੇ ਉਹ ਜਿਹੜਾ ਬਲਦ ਚਰਾਉਂਦਾ ਪਿਆ ਨਾ 20-22 ਸਾਲ ਦਾ, ਉਹਨੇ ਕੀ ਕੀਤਾ, ਜਿਹੜੀ ਸੋਟੀ ਬਲਦਾਂ ਨੂੰ ਮਾਰਦਾ ਨਾ, ਉਹ ਸੋਟੀ ਦੇ ਸਾਧ ਸੰਗਤ, ਉਹ ਸੋਟੀ ਨਾ ਕਿੱਲਾਂ ਵਾਲੀ ਸੋਟੀ ਹੈ, ਸੋਟੀ 'ਚ ਕਿੱਲ ਠੋਕੇ ਹੋਏ ਆ, ਉਹ ਕਿੱਲਾਂ ਵਾਲੀ ਸੋਟੀ ਮਾਰਦਾ, ਉਹ ਕਿੱਲ ਚੁੱਭਣ ਉਹਨੂੰ। ਕਹਿੰਦੇ ਮੈਂ ਆਖਿਆ ਇਹ ਕੀ ਕਰ ਰਿਹਾ? ਕਹਿੰਦਾ ਇਹ ਬਲਦ ਜਰਾ ਸੋਹਣੇ ਕਹਿਣੇ ਲੱਗ ਜਾਂਦੇ ਆ, ਮੈਂ ਨਿਰੀ ਸੋਟੀ ਨਹੀਂ ਮਾਰਦਾ, ਮੈਂ ਕਿੱਲਾਂ ਵਾਲੀ ਮਾਰਦਾ ਬੇਜਵਾਨ ਜਾਨਵਰ ਨੂੰ। ਕਹਿੰਦੇ ਮੈਨੂੰ ਤੀਜਾ ਝਟਕਾ ਲੱਗ ਗਿਆ। ਮੈਨੂੰ ਮਹਾਂਪੁਰਸ਼ਾਂ ਸਵੇਰੇ ਕਿਹਾ ਸੀ ਜਿਹੜਾ ਨਾਮ ਨਾ ਜਪੇ 84 ਲੱਖ ਜੂਨ ਚ ਉਹਨੂੰ ਕੱਟਣੀ ਪੈਂਦੀ, ਨਿਕਲਣਾ ਪੈਂਦਾ। ਇਹ ਬਲਦ ਵੀ ਉਹ 84 ਲੱਖ ਜੂਨ ਚੋਂ ਜੂਨ ਭੁਗਤ ਰਿਹਾ ਕਿ ਇਹਨੂੰ ਕਿੱਲਾਂ, ਦੇਖੋ ਕਿੱਲ ਸੋਟੀ 'ਚ ਵਾੜੀ ਹੈ ਨਾ ਇੱਕ ਬੰਨੇ ਤੇ ਦੂਜੇ ਬੰਨੇ ਬਾਹਰ ਆ ਜਾਏ ਕਿੱਲ ਤਿੱਖਾ, ਫਿਰ ਦੂਜਾ ਕਿੱਲ ਆ ਜਾਏ, ਤੀਜਾ 5-7 ਕਿੱਲ ਸੋਟੀ ਨੂੰ ਲਾਏ ਤੇ ਤਿੱਖੀਆਂ ਨੁਕਰਾਂ ਬਾਹਰ ਕੱਢੀਆਂ। ਤੇ ਹੁਣ ਮਾਰਦਾ ਪਿਆ ਬਲਦ। ਬਲਦ ਕੀ ਕਰੇਗਾ? ਬੋਲੇਗਾ, ਝਗੜਾ ਕਰੇਗਾ, ਕੀ ਕਰੇਗਾ? ਹੁਣ ਜਿਹੜਾ ਮਾਰਨ ਵਾਲਾ ਉਹ ਤਿੱਖੇ ਕਿੱਲਾਂ ਵਾਲੀ ਸੋਟੀ ਮਾਰਦਾ ਵੀ ਇਹ ਖੇਤੀ ਜਿਹੜੀ ਚੰਗੀ ਫਿਰ ਦੌੜ ਕੇ ਕਰੇਗਾ, ਮੈਨੂੰ ਬਾਰ-ਬਾਰ ਜਿਹੜਾ ਔਖਾ ਨਹੀਂ ਹੋਣਾ ਪਏਗਾ। ਕਹਿੰਦੇ ਮੈਨੂੰ ਐਸਾ ਝਟਕਾ ਲੱਗਾ ਵੀ ਜੇ ਤੂੰ ਨਾਮ ਨਾ ਜਪਿਆ ਇਸ ਤਰ੍ਹਾਂ ਇਹ ਜੂਨ ਇੰਜ ਮਿਲੀ ਕਿਤੇ ਕਿੱਲਾਂ ਵਾਲੀਆਂ ਸੋਟੀਆਂ ਤੈਨੂੰ ਨਾ ਖਾਣੀਆਂ ਪੈ ਜੀ। ਕਹਿੰਦੇ ਉਸ ਦਿਨ ਤੋਂ ਬਾਅਦ ਪਾਸਾ ਪਲਟ ਗਿਆ। ਕਹਿੰਦੇ ਗੱਜ ਕੇ ਸਤਨਾਮ। ਇਹ ਗੁਰੂ ਨਾਨਕ ਦੇ ਸਕੂਲ ਦੀ 10ਵੀਂ ਕਲਾਸ ਜਗਤ ਬਿਨ ਸੰਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਆਓ ਗੁਰੂ ਨਾਨਕ ਦੇ ਸਕੂਲ ਦੀ 10ਵੀਂ ਕਲਾਸ
ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੰਦਾ ਫਿਰ ਇੱਕ ਨਾਮ ਨਾਲ ਜੁੜ ਜਾਂਦਾ ਹੈ। ਇਹ ਕਲਾਸਾਂ ਮਿਲਣਗੀਆਂ ਕਿੱਥੋਂ? ਬੋਲੋ ਪਿਆਰ ਨਾਲ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ ਹਰੇ मेरा अल्लाह यहाँ फिर देखा था मेरा अल्लाह हर कृपा प्रभु साध संग मेरे हरे प्रभ साध संग मिली प्रभ साध संग प्रभ साध संग हरे बोले सोने हाल ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।